दास पद बंद रामदास अर्जन गुरु बार श्री हर गोबिंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिस मह अमृत ज्ञान है मानिक भगत वैराग श्री गुरु ग्रंथ साहिब उदद बंदों कार्य अनुराग एक अंकारा सतगुरु तेह प्रसाद सच होए। वाहिगुरु जी की फतेह विघन विनाशन सोए। वाहिगुरु जी की फतेह विघन विनाशन सोए। वाहिगुरु जी का खालसा वाहिगुरु जी की फतेह। जाहर जहूर हाजिर हजूर सर्ब कला भरपूर पतत पावन भगत वत्सल अंतरजामी दसां पातशाहियां दी जोत धन श्री गुरु ग्रंथ साहिब जी महाराज। सतगुरां दी पावन पवित्र हजूरी अंदर जगत गुरु जाहर पीर जगत गुर बाबा धन धन श्री गुरु नानक देव साहिब जी महाराज सतगुरां दे पावन अस्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी। सतगुरां दी पावन हाजरी दे अंदर अमृत बाणी दे कीर्तन दे प्रवाह चले। सतगुरां ने कृपा कीती है अपने अमृतमई दीदार बख्शिश कीते और अज पूर्णमाशी दा दिन है। जो ये दिहाड़े ਹਨ अमावस ਦਾ ਦਿਹਾੜਾ ਪੂਰਨਮਾਸ਼ੀ ਦਾ ਦਿਹਾੜਾ ਸੰਗਰਾਂਦ ਦਾ ਦਿਹਾੜਾ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਇਤਿਹਾਸਕ ਸਥਾਨਾਂ ਤੇ ਆਮ ਦਿਨਾਂ ਦੇ ਨਾਲੋਂ ਸੰਗਤ ਦਾ ਜ਼ਿਆਦਾ ਪ੍ਰਵਾਹ ਹੁੰਦਾ ਹੈ। ਸੰਗਤ ਜ਼ਿਆਦਾ ਗਿਣਤੀ ਵਿੱਚ ਆਉਂਦੀ ਹੈ। ਜਿਵੇਂ ਅੱਜ ਪੂਰਨਮਾਸ਼ੀ ਦਾ ਦਿਨ ਹੈ ਤੇ ਅੱਜ गुरुद्वारा श्री बेर साहिब जी विखे खंडे बाटे का अमृत भी तैयार होया। इसे तरह अमावस नूं भी संगत का भारी इकट्ठ हुंदा है दीवान सजदे हन संगरांद दे दिहाड़े ते भी और ये गुरु काल तो लै करके ही इसे तरह चलिया आउंदा है। महाराज साहब जी के समय तो ही श्री तरनताਰਨ साहिब विखे भी ਉੱਥੇ ਅਮਾਵਸ ਦੇ ਸੰਗਤਾਂ ਜਾਂਦੀਆਂ ਗੁਰੂ ਜੀ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ। ਪੰਚਮ ਪਾਤਸ਼ਾਹੀ ਨੇ ਬਚਨ ਕੀਤਾ ਸੀ। ਇਸੇ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਅੱਜ ਵੀ ਪੂਰਨਮਾਸ਼ੀ ਨੂੰ ਵੱਡਾ ਭਾਰੀ ਇਕੱਠ ਹੁੰਦਾ ਹੈ ਤੇ ਸਤਿਗੁਰੂ ਤੀਜੇ ਪਾਤਸ਼ਾਹ ਜੀ ਦਾ ਸੱਚਖੰਡ ਪਿਆਨਾ ਵੀ ਪੂਰਨਮਾਸ਼ੀ ਨੂੰ ਹੋਇਆ ਸੀ ਤੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਪੂਰਨਮਾਸ਼ੀ ਨੂੰ ਹੋਇਆ ਸੀ। कार्तिक मास रुत सरद पूर्णमाशी 8 जाम 60 घड़ी आज तेरी बारी है। भाई गुरदास साहब जी ने आख्या कत्तिक दी पुन्निया नूं धन श्री गुरु नानक देव साहब जी महाराज गरीब नवाज ने प्रकाश धारिया। इस करके ये दिहाड़े
ਇਹਨਾਂ ਦੇ ਨਾਲ ਸੰਗਤ ਦਾ ਸੰਬੰਧ ਹੈ ਤੇ ਗੁਰੂ ਘਰਾਂ ਦੇ ਵਿੱਚ ਸੰਗਤ ਆਉਂਦੀ ਹੈ। ਦਿਨ ਕੋਈ ਵੀ ਹੋਵੇ ਉਸ ਦਿਨ ਫਿਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਸੰਗਤ ਕਥਾ ਕੀਰਤਨ ਦੁਆਰਾ, ਨਾਮ ਜਾਪ ਦੁਆਰਾ ਗੁਰੂ ਚਰਨਾਂ ਦੇ ਨਾਲ ਜੁੜਦੀ ਹੈ। ਮਹਾਰਾਜ ਦੇ ਅਸਥਾਨ ਤੇ ਆ ਕੇ ਦਰਸ਼ਨ, ਨਮਸਕਾਰ, ਇਸ਼ਨਾਨ, ਸੇਵਾ ਸਿਮਰਨ ਕੀਤਾ ਜਾਂਦਾ ਹੈ। ਤੋ ਇਸ ਕਰਕੇ ਇਹਨਾਂ ਦਿਹਾੜਿਆਂ ਦਾ ਸੰਬੰਧ ਸਾਡਾ ਮਹਾਰਾਜ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਸ਼ਬਦ ਦੇ ਨਾਲ ਸੰਬੰਧ ਬਣਾਇਆ ਹੈ। ਇਹਨਾਂ ਦਿਨਾਂ ਦੇ ਉੱਤੇ ਵੱਡੀ ਭਾਰੀ ਗਿਣਤੀ ਵਿੱਚ ਦੀਵਾਨ ਸਜਾਏ ਜਾਂਦੇ ਗੁਰੂ ਘਰਾਂ ਵਿੱਚ, ਤੇ ਸੰਗਤਾਂ ਨੂੰ ਨਾਮ ਦੇ ਨਾਲ, ਬਾਣੀ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਦੇ ਨਾਲ ਜੋੜਿਆ ਜਾਂਦਾ। ਤਾਂ ਜਗਤ ਗੁਰੂ ਜੀ ਦੇ ਪਵਿੱਤਰ ਸਥਾਨ ਤੇ ਸਾਧ ਸੰਗਤ ਜੀ, ਜੋ ਲੜੀਵਾਰ ਗਾਥਾ ਚੱਲ ਰਹੀ ਹੈ, ਜੋ ਇਹ ਪੋਹ ਦਾ ਮਹੀਨਾ ਚੱਲ ਰਿਹਾ, ਇਸ ਪੋਹ ਦੇ ਮਹੀਨੇ ਦੀ ਕਥਾ ਚੱਲ ਰਹੀ ਹੈ। 1761 ਵਿਕਰਮੀ ਸੰਮਤ ਔਰ 1704 ਈਸਵੀ ਸਨ, ਜਦੋਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਫਿਰ ਚਮਕੌਰ ਗੜ੍ਹੀ ਵਿੱਚ ਮਹਾਰਾਜ ਸਾਹਿਬ ਜੀ ਪਹੁੰਚੇ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਅੱਜ ਦਾ ਪ੍ਰਸੰਗ ਆ ਰਿਹਾ ਹੈ। 8 ਪੋਹ ਦੀ ਜੰਗ ਦਾ ਪ੍ਰਸੰਗ ਹੈ। ਪਿਛਲੇ ਦਿਨਾਂ ਤੋਂ ਵੀ ਆਪਾਂ ਇਹ ਪੜ੍ਹਦੇ ਸੁਣਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਤੇ ਤਿੰਨਾਂ ਦੇ 5 ਸਾਥੀ ਸਿੰਘਾਂ ਦੀ ਜਿਵੇਂ ਸ਼ਹਾਦਤ ਹੋਈ, ਜਿਵੇਂ ਬਾਬਾ ਅਜੀਤ ਸਿੰਘ ਸਾਹਿਬ ਗੁਰੂ ਕੇ ਸਾਹਿਬਜ਼ਾਦੇ ਨੇ ਜੰਗ ਕੀਤਾ, ਉਹ ਆਪਾਂ ਸਰਵਣ ਕੀਤਾ। ਫਿਰ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਸਤਿਗੁਰਾਂ ਦਾ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਤੋਂ ਆਗਿਆ ਲੈ ਕਰਕੇ 5 ਸਿੰਘਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਦੀ ਆਗਿਆ ਨਾਲ ਜੰਗ ਦੇ ਮੈਦਾਨ ਵਿੱਚ ਜਾਂਦੇ ਹਨ। ਔਰ ਜਿਵੇਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਜੰਗ ਕਰਦੇ ਆ, ਇਹ ਪ੍ਰਸੰਗ ਅੱਜ ਆ ਰਿਹਾ ਹੈ। 8 ਪੋਹ ਦਾ ਦਿਨ ਹੈ। ਚਮਕੌਰ ਦੀ ਗੜੀ ਚੋਂ ਨਿਕਲ ਕਰਕੇ ਬਾਬਾ ਜੀ ਜਿਵੇਂ ਜਾਂਦੇ ਹਨ, ਤੋ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਤਨਾਮ ਕਹਿੰਦੇ ਵੀ ਇਸ ਤਰ੍ਹਾਂ ਜੂਝਣ ਵਾਲੇ ਸਿੰਘ, 5 ਹੀ ਸਿੰਘ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਸਾਥੀ, ਉਹ ਗਰਜ ਰਹੇ ਹਨ ਜੰਗ ਦੇ ਮੈਦਾਨ ਵਿੱਚ ਲੱਖਾਂ ਫੌਜਾਂ ਦੇ ਨਾਲ। ਚਮਕੌਰ ਦੀ ਗੜੀ ਚੋਂ ਨਿਕਲ ਕਰਕੇ ਜਿੱਧਰ ਪਾਸੇ ਜੂਝ ਕੇ ਤਲਵਾਰਾਂ ਸੂਤ ਕੇ ਪੈਂਦੇ ਆ, ਤੇ ਦੁਸ਼ਮਣ ਸਾਹਮਣੇ ਖਲੋਂਦਾ ਨਹੀਂ, ਉਹ ਇੱਧਰ ਉੱਧਰ ਟਲ ਜਾਂਦੇ ਆ, ਇੱਧਰ ਉੱਧਰ ਹੋ ਜਾਂਦੇ ਹਨ। ਤਾਂ ਪਹੁੰਚ ਜਾਂਦੇ ਉੱਥੇ ਗੁਰੂ ਕੇ ਸਾਹਿਬਜ਼ਾਦੇ, ਉਹਨਾਂ ਦੇ ਉੱਤੇ ਸ਼ਸਤਰ ਚਲਾਉਂਦੇ ਹਨ। ਕਹਿੰਦੇ ਇੱਕ ਦੇ ਉੱਤੇ ਜਦੋਂ ਵਾਰ ਕਰਦੇ ਨਾ ਕਿਰਪਾਨ ਦਾ, ਉਹਦੇ 2 ਕਰਕੇ ਫਿਰ ਧਰਤੀ ਤੇ ਸੁੱਟ ਦਿੰਦੇ, ਇੱਕ ਦੇ 2 ਟੁਕੜੇ ਕਰਕੇ ਧਰਤੀ ਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਤੇ ਨਾਲ ਦੇ 5 ਸਾਥੀਆਂ ਨੇ ਮਾਰ ਮਾਰ ਕੇ ਸ਼ਸਤਰਾਂ ਦੇ ਵਾਰ, ਕਿਰਪਾਨਾਂ ਮਾਰ ਮਾਰ ਕੇ, ਤੀਰ ਮਾਰ ਮਾਰ ਕੇ ਹਜ਼ਾਰਾਂ ਤੁਰਕਾਂ ਨੂੰ ਮਾਰ ਦਿੱਤਾ। ਫਿਰ ਕਹਿੰਦੇ ਵੀ ਉਹ ਕਦੀ ਇੱਧਰ ਹੁੰਦੇ, ਕਦੀ ਉੱਧਰ ਹੁੰਦੇ, ਫਿਰ ਕੇ ਘੇਰਦੇ ਆ, ਚਾਰੋਂ ਤਰਫਾਂ ਤੋਂ, ਚਾਰੇ ਦਿਸ਼ਾਵਾਂ ਤੋਂ ਘੇਰਦੇ ਹਨ ਸਿੰਘਾਂ ਨੂੰ। ਪਰ ਫਿਰ ਵੀ ਇਹਨਾਂ ਨੂੰ ਮਰਨ ਦੀ ਸ਼ੰਕਾ ਨਹੀਂ ਹੈ। ਇਹ ਗੁਰੂ ਕੇ ਸੂਰਮੇ ਆ, ਇਹਨਾਂ ਨੇ ਮੌਤ ਦਾ ਡਰ ਦੂਰ ਕੀਤਾ ਹੋਇਆ ਹੈ, ਮਰਨ ਦਾ ਡਰ ਨਹੀਂ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਦੀ ਐਸੀ ਬਖਸ਼ਿਸ਼ ਹੈ, ਇਹਨਾਂ ਨੇ ਮੌਤ ਨੂੰ ਕਬੂਲਿਆ ਹੋਇਆ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇਹਨਾਂ ਨੂੰ ਮਰਨ ਦਾ ਚਾਅ ਹੈ। ਵੇਖੋ ਅਚਰਜ ਗੱਲ ਹੈ ਨਾ,
ਸੰਸਾਰ ਦੇ ਵਿੱਚ ਜਿਉਣ ਦਾ ਚਾਅ ਹੁੰਦਾ, ਜਿਉਣ ਦਾ ਚਾਅ, ਜਾਂ ਹੋਰ ਕਈ ਕੁਝ ਕਰਨ ਦਾ, ਕਿਸੇ ਨੂੰ ਖਾਣ ਦਾ ਚਾਅ, ਕਿਸੇ ਨੂੰ ਪੀਣ ਦਾ ਚਾਅ, ਕਿਸੇ ਨੂੰ ਪਹਿਨਣ ਦਾ ਚਾਅ, ਤੇ ਕਿਸੇ ਨੂੰ ਤੁਰਨ ਫਿਰਨ ਦਾ ਚਾਅ। ਪਰ ਇਹ ਗੁਰੂ ਕੇ ਸਿੰਘਾਂ ਨੂੰ ਮਰਨ ਦਾ ਚਾਅ ਚੜਿਆ, ਮਰਨ ਦਾ ਚਾਅ। ਇਸੇ ਨੂੰ ਹੀ ਆਖਿਆ ਹੈ ਕਬੀਰ, ਮੋਹਿ ਮਰਨੇ ਕਾ ਚਾਉ ਹੈ, ਮੋਹਿ ਮਰਨੇ ਕਾ ਚਾਉ ਹੈ। ਮੋਹਿ ਮਰਨੇ ਕਾ ਚਾਉ ਹੈ, ਮੋਹਿ ਮਰਨੇ ਕਾ ਚਾਉ ਹੈ। ਮਰੋ ਤਾਂ ਹਰਿ ਕੈ ਦੁਆਰ, ਮਰੋ ਤਾਂ ਹਰਿ ਕੈ ਦੁਆਰ। मोहे मरने का चाओ है, मोहे मरने का चाओ है। मरने का चाओ है, मोहे मरने का चाओ है। इन्हां सूरमियां नूं सूरमे आना रण देख सूरे चेते उलास। इस करके ਉਹਨਾਂ ਨੂੰ ਚਾਅ ਚੜਿਆ ਹੋਇਆ ਮਰਨ ਦਾ। ਕਹਿੰਦੇ ਮਰਨ ਦੀ ਸ਼ੰਕਾ ਨਹੀਂ ਹੈ ਜਿਨ੍ਹਾਂ ਸਿੰਘਾਂ ਦੇ ਮਨ ਵਿੱਚ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹਨਾਂ ਸੂਰਮੇ ਸਿੰਘਾਂ ਦੇ ਸੂਰਮਤਾਈ ਦੇ ਗੁਣ ਜਿੰਨੇ ਆ ਨਾ, ਉਹ ਸਮੂਹ ਗੁਣਾਂ ਨੂੰ ਮੈਂ ਕਿਵੇਂ ਕਥਨ ਕਰ ਸਕਦਾ ਹਾਂ, ਸਾਰੇ ਗੁਣਾਂ ਦਾ ਮੈਂ ਕਿਵੇਂ ਬਿਆਨ ਕਰ ਸਕਦਾ। ਭਾਵ ਇਹਨਾਂ ਸਾਰੇ ਸੂਰਮੇ ਸਿੰਘਾਂ ਦੇ ਸੂਰਮਤਾਈ ਦੇ ਗੁਣ ਮੈਥੋਂ ਬਿਆਨ ਨਹੀਂ ਕੀਤੇ ਜਾਂਦੇ। ਜਿਸ ਦੁਸ਼ਮਣ ਦੇ ਸਾਹਮਣੇ ਪਹੁੰਚਦੇ ਆ ਕਿ ਜਿਸ ਦੇ ਉੱਤੇ ਜਾ ਕੇ ਆਪਣੇ ਹੱਥ ਝਾੜ ਦਿੰਦੇ ਆ, ਭਾਵ ਜਿਹਦੇ ਉੱਤੇ ਸ਼ਸਤਰ ਦਾ ਵਾਰ ਕਰ ਦਿੰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਪ੍ਰਤਾਪ ਦੇ ਨਾਲ ਉਸੇ ਵੇਲੇ ਹੀ ਮਾਰ ਦਿੰਦੇ ਆ। ਜਿਹਦੇ ਉੱਤੇ ਵਾਰ ਕਰਦੇ ਆ ਉਸ ਦੁਸ਼ਟ ਦੋਖੀ ਨੂੰ ਉਸੇ ਵੇਲੇ ਹੀ ਮਾਰ ਦਿੰਦੇ। ਇਹ ਬਲ ਮਹਾਰਾਜ ਸਾਹਿਬ ਜੀ ਨੇ ਰਾਤੀ ਵੀ ਸਿੰਘਾਂ ਨੂੰ ਦੇ ਦਿੱਤਾ। ਜਦੋਂ ਦੁਸ਼ਟ ਦੋਖੀ ਜੰਗਲਾ ਟੱਪ ਕੇ ਮਹਾਰਾਜ ਦੀ ਬੇਅਦਬੀ ਕਰਨ ਵਾਸਤੇ ਆਇਆ ਤੇ ਉਹਨੂੰ ਚੁੱਕ ਕੇ ਬਾਹਰ ਸੁੱਟਿਆ, ਤੇ ਫਿਰ ਗੁਰੂ ਕੇ ਸਿੰਘਾਂ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਬਲ ਬਖਸ਼ਿਆ ਉਹਨੂੰ ਸੋਧਾਂ ਲਾਉਂਦਿਆਂ ਲਾਉਂਦਿਆਂ ਉਹਨੂੰ ਰਾਤੀ ਮਾਰ ਮੁਕਾਇਆ। ਕਿਉਂਕਿ ਇਹ ਗੁਰੂ ਘਰ ਦਾ ਸਿਧਾਂਤ ਹੈ, ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਸਤੇ ਆਵੇ ਉਹਦਾ ਭਲਾ ਇਸ ਤਰ੍ਹਾਂ ਹੀ ਕੀਤਾ ਜਾਂਦਾ, ਉਹਦਾ ਸੋਧਾ ਲਾ ਕੇ ਉਹਦਾ ਭਲਾ ਹੋਣਾ, ਕਿਉਂਕਿ ਉਹ ਪਾਪ ਹੀ ਏਡਾ ਵੱਡਾ ਕਰਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਇਹ ਤੇਜ ਪ੍ਰਤਾਪ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਆਪਣੇ ਖਾਲਸੇ। ਇਹ ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਰਾਮਦਾਸ ਸਾਹਿਬ ਜੀ ਦਾ ਘਰ, ਦਸਾਂ ਪਾਤਸ਼ਾਹੀਆਂ ਦਾ ਘਰ, ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਸਭ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਇੱਥੋਂ ਆਵਾਜ਼ ਆਉਂਦੀ ਹੈ, ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੋਂ ਆਵਾਜ਼ ਆਉਂਦੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਦਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। ਪਰ ਜਿਹੜਾ ਇਸ ਘਰ ਵਿੱਚ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਆਉਂਦੀ ਹੈ, ਸਾਰਿਆਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਜਿੱਥੋਂ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਆ ਖੁੱਟ ਭੰਡਾਰਾ। ਤੇ ਜੇ ਕੋਈ ਕਿਸੇ ਦੇ ਮਗਰ ਲੱਗ ਕੇ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜਾਵੇ ਤੇ ਉਹ ਇਸ ਸਰਬ ਸਾਂਝੀਵਾਲਤਾ ਦੇ ਉਪਦੇਸ਼ ਦੇਣ ਵਾਲੇ ਸਤਿਗੁਰੂ ਦੀ ਬਾਣੀ ਦੀ ਬੇਅਦਬੀ ਕਰਨੀ ਚਾਹਵੇ ਤੇ ਉਸ ਦੁਸ਼ਟ ਦੋਖੀ ਦਾ ਇਸ ਤਰੀਕੇ ਦੇ ਨਾਲ ਹੀ ਸੋਧਾ ਲੱਗਦਾ ਹੈ। ਇਹ ਤੇਜ ਮਹਾਰਾਜ ਨੇ ਸਿੰਘਾਂ ਨੂੰ ਦਿੱਤਾ। ਕਲਗੀਧਰ ਪਾਤਸ਼ਾਹ ਦੇ ਤੇਜ ਦੇ ਨਾਲ ਉਹ ਜਿਹਦੇ ਉੱਤੇ ਕਹਿੰਦੇ ਵਾਰ ਕਰਦੇ ਨਾ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਸਾਥੀ, ਤੇ ਉਹਨੂੰ ਗੁਰ ਪ੍ਰਤਾਪ ਤੇ ਤਤਸ਼ਿਨ ਮਾਰ ਰਹੇ, ਉਸੇ ਵੇਲੇ ਹੀ ਮਾਰ ਦਿੰਦੇ, ਜਿਉਂ ਵਾਰ ਕਰਦੇ ਝਟਕਾ ਕੇ ਰੱਖ ਦਿੰਦੇ ਆ। ਤਾਂ ਇਸ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਸਿੰਘੋ ਮੇਰਾ ਤੇਜ ਤੁਹਾਨੂੰ ਓਨਾ ਚਿਰ ਮਿਲਦਾ ਰਹੇਗਾ ਜਿੰਨਾ ਚਿਰ ਤੁਸੀਂ ਰਹਿਤ ਵਿੱਚ ਰਹੋਗੇ।
ਜਿੰਨਾ ਚਿਰ ਬਾਣੀ ਤੇ ਬਾਣੀ ਨਾਲ ਜੁੜ ਕੇ ਰਹੋਗੇ। ਬਾਣੀ ਬਾਣਾ ਪੰਖ ਪਛਾਨੋ, ਸਿੰਘ ਰੂਪ ਕੋ ਪੰਛੀ ਜਾਨੋ। ਪੰਜਾਂ ਕਕਾਰਾਂ ਦਾ ਬਾਣਾ ਤੇ ਗੁਰੂ ਕੀ ਉਚਾਰਨ ਕੀਤੀ ਹੋਈ ਬਾਣੀ। ਜਿੰਨਾ ਚਿਰ ਬਾਣੀ ਤੁਹਾਡੇ ਪੱਲੇ ਹੋਵੇਗੀ, ਬਾਣੀ ਰਸਨਾ ਤੇ ਬਾਣੀ ਹਿਰਦੇ ਵਿੱਚ, ਤੇ ਸਰੀਰ ਉੱਤੇ ਪੰਜ ਕਕਾਰੀ ਬਾਣਾ ਹੋਵੇਗਾ, ਤੇ ਰਹਿਤ ਵਿੱਚ ਰਹੋਗੇ ਤੇ ਮੇਰਾ ਤੇਜ ਪ੍ਰਤਾਪ ਮਿਲਦਾ ਰਹੇਗਾ ਤੁਹਾਨੂੰ। ਗਰੀਬ ਨਵਾਜ ਨੇ ਆਖਿਆ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਇਹ ਵਿਪਰਨ ਕੀ ਰੀਤ ਵਿੱਚ ਪੈ ਗਏ, ਆਪਣੀ ਨਿਆਰੀ ਵੱਖਰੀ ਰਹਿਤ ਮਰਿਆਦਾ ਛੱਡ ਕੇ ਬਾਕੀਆਂ ਨਾਲ ਹੀ ਰਲ ਮਿਲ ਗਏ, ਫਿਰ ਇਹਨਾਂ ਦਾ ਭਰੋਸਾ ਨਹੀਂ ਮੈਂ ਕਰਾਂਗਾ। ਤੇ ਜਿੰਨਾ ਚਿਰ ਖਾਲਸਾ ਨਿਆਰਾ ਰਹੇਗਾ, ਫਿਰ ਮਹਾਰਾਜ ਕਹਿੰਦੇ ਮੈਂ ਪ੍ਰਤਾਪ ਦੇਵਾਂਗਾ, ਤੇਜ ਦੇਵਾਂਗਾ। ਤੇ ਗੁਰੂ ਕੇ ਪ੍ਰਤਾਪ ਦੇ ਨਾਲ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਪੰਜੇ ਹੀ ਸਾਥੀ ਜਿਹਦੇ ਉੱਤੇ ਪੈਂਦੇ ਉਹਨੂੰ ਉਸੇ ਵੇਲੇ ਮਾਰ ਮੁਕਾਉਂਦੇ ਹਨ। ਕਹਿੰਦੇ ਵੀ ਸਿੰਘਾਂ ਨੂੰ ਐਸਾ ਤੇਜ ਪ੍ਰਤਾਪ ਦਿੱਤਾ ਨਾ ਕਲਗੀਧਰ ਪਾਤਸ਼ਾਹ ਨੇ। ਕਿੰਨੇ ਮਹੀਨਿਆਂ ਦੇ ਭੁੱਖੇ ਵੀ ਆ, ਥੱਕੇ ਟੁੱਟੇ ਵੀ ਆ, ਪਰ ਭੁੱਖ ਦਾ ਤੇ ਥਕੇਵੇਂ ਦਾ ਦੁੱਖ ਉਸ ਵੇਲੇ ਸਿੰਘਾਂ ਨੇ ਟਾਲ ਹੀ ਦਿੱਤਾ। ਜਾਣੀ ਕਿ ਚੇਤਾ ਹੀ ਭੁੱਲ ਗਿਆ ਵੀ ਅਸੀਂ ਭੁੱਖੇ ਵੀ ਆ ਤੇ ਥੱਕੇ ਵੀ ਆ। ਐਸੀ ਚੜ੍ਹਦੀ ਕਲਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕਲਗੀਧਰ ਪਾਤਸ਼ਾਹ ਨੇ ਓਜ ਵੀ ਦਿੱਤਾ, ਬਲ ਵੀ ਦਿੱਤਾ ਤੇ ਤੇਜ ਵੀ ਦਿੱਤਾ, ਆਪਣਾ ਪ੍ਰਤਾਪ ਵੀ ਦਿੱਤਾ ਹੈ। ਬਹੁਤਾ ਜ਼ਿਆਦਾ ਉਦਾਰ ਜ਼ਿਆਦਾ ਹੀ ਦਿੱਤਾ ਹੈ ਤੇਜ। ਕਹਿੰਦੇ ਹਨ ਵੀ ਜਿਵੇਂ ਕੋਈ ਬਾਜੀਗਰ ਉਛਲ ਉਛਲ ਕੇ ਬਾਜੀ ਪਾਉਂਦਾ ਹੈ, ਇਸੇ ਤਰ੍ਹਾਂ ਕੱਲਾ ਕੱਲਾ ਸਿੰਘ ਆਪਣੇ ਬਲ ਦੇ ਨਾਲ, ਗੁਰੂ ਜੀ ਦੀ ਦਿੱਤੀ ਹੋਈ ਤਾਕਤ ਦੇ ਨਾਲ ਉਛਲ ਉਛਲ ਕੇ ਜਾਂਦੇ ਆ, ਛਾਲਾਂ ਮਾਰ ਮਾਰ ਕੇ ਜਾਂਦੇ, ਪੈਂਤੜੇ ਲਾ ਲਾ ਕੇ ਜਾਂਦੇ ਹਨ। ਜਿੰਨਾ ਚਿਰ ਸਿੰਘ ਪ੍ਰਾਣ ਨਹੀਂ ਨਾ ਤਿਆਗ ਜਾਂਦੇ ਜੰਗ ਦੇ ਮੈਦਾਨ ਦੇ ਵਿੱਚ, ਜਿੰਨਾ ਚਿਰ ਪ੍ਰਾਣਾਂ ਦਾ ਅੰਤ ਨਹੀਂ ਹੁੰਦਾ ਹੈ, ਉਹਨਾਂ ਚਿਰ ਦੁਸ਼ਮਣਾਂ ਦੇ ਸਰੀਰ ਵਿੱਚ ਸ਼ਸਤਰਾਂ ਦੇ ਵਾਰ ਮਾਰੀ ਜਾਂਦੇ। ਸ਼ਸਤਰਾਂ ਦੇ ਵਾਰ ਕਰ ਕਰਕੇ ਦੁਸ਼ਮਣ ਨੂੰ ਖਤਮ ਕਰੀ ਜਾਂਦੇ, ਜਿੰਨਾ ਚਿਰ ਆਪਣੇ ਪ੍ਰਾਣ ਨਹੀਂ ਤਿਆਗਦੇ। ਭਾਈ ਸਾਹਿਬ ਕਹਿੰਦੇ ਮਰਨ ਤੱਕ, ਮਰਨ ਲੱਗ ਤੋਂ ਭਾਵ ਮਰਨ ਤੱਕ, ਆਖਰੀ ਸਵਾਸਾਂ ਤੀਕ ਜਿੰਨੇ ਮਾਰੇ ਜਾਂਦੇ ਓਨਿਆਂ ਨੂੰ ਮਾਰਦੇ ਹਨ। ਉਦਮ ਕਰ ਕਰਕੇ ਓਨਿਆਂ ਨੂੰ ਹੀ ਮਾਰਦੇ ਆ। ਇਹ ਚਮਕੌਰ ਗੜੀ ਦੇ ਬਾਹਰਲਾ ਯੁੱਧ ਵਰਣਨ ਕਰ ਰਹੇ ਭਾਈ ਸਾਹਿਬ। ਬਾਬਾ ਜੁਝਾਰ ਸਿੰਘ ਸਾਹਿਬ ਤੇ ਨਾਲ 5 ਸਿੰਘ, ਤੇ ਜਿੰਨਾ ਚਿਰ ਕਹਿੰਦੇ ਵੀ ਪ੍ਰਾਣਾਂ ਦਾ ਅੰਤ ਨਹੀਂ ਹੁੰਦਾ, ਜਿੰਨਾ ਚਿਰ ਸਵਾਸ ਚੱਲਦੇ ਉਹਨਾਂ ਚਿਰ ਉਦਮ ਕਰ ਕਰਕੇ, ਪੁਰਖਾਰਥ ਕਰ ਕਰਕੇ ਜਿੰਨੇ ਮਾਰੇ ਜਾਂਦੇ ਵੱਧ ਤੋਂ ਵੱਧ ਓਨੇ ਹੀ ਮਾਰੀ ਜਾ ਰਹੇ ਹਨ। ਇਹ ਬਾਬਾ ਜੁਝਾਰ ਸਿੰਘ ਸਾਹਿਬ ਦੇ ਸਾਥੀ, ਸਾਹਿਬਜ਼ਾਦੇ ਦੇ ਸਾਥੀ ਪੰਜੇ ਹੀ ਸਿੰਘ ਸੂਰਬੀਰ ਆ, ਮੁੱਛਾਂ ਵਾਲੇ, ਮੁਸ਼ਹਿਰਿਆਂ ਵਾਲੇ, ਕਿਉਂਕਿ ਅੰਮ੍ਰਿਤਧਾਰੀ ਸਿੰਘ ਵਾ ਗੁਰੂ ਕੇ। ਤੇ ਮੁੱਛਾਂ ਵਾਲੇ ਲਿਖਿਆ ਕਵੀ ਜੀ ਨੇ, ਮੁਸ਼ਾਲੇ, ਤੇ ਮੁਸ਼ਹਿਰਿਆਂ ਵਾਲੇ ਆ, ਉਹਨਾਂ ਦੇ ਦਾੜੇ ਤੇ ਸੋਹਣੇ ਮੁਸ਼ਹਿਰੇ ਹਨ। ਤੇ ਜਿਨ੍ਹਾਂ ਨੇ ਲੜ ਲੜ ਕੇ ਤੇ ਬਹੁਤਿਆਂ ਦੇ ਘਰ ਜਿਹੜੇ ਆ ਉਹ ਸਮਾਪਤ ਕਰ ਦਿੱਤੇ, ਖਾਲੀ ਕਰ ਦਿੱਤੇ। ਜਿਵੇਂ ਮਗਰਮੱਛ ਪਾਣੀ ਦੇ ਵਿੱਚ ਵੜ ਕਰਕੇ ਪਾਣੀ ਨੂੰ ਹਿਲਾਉਂਦਾ ਹੈ, ਇਸ ਤਰੀਕੇ ਨਾਲ ਦੁਸ਼ਮਣਾਂ ਦੀ ਲਸ਼ਕਰ ਫੌਜ ਦੇ ਵਿੱਚ ਇੰਜ ਹਲਾਚਲੀ ਮਚਾ ਦਿੱਤੀ ਗੁਰੂ ਕੇ ਸਿੰਘਾਂ ਨੇ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ। ਜਿਵੇਂ ਪਾਣੀ ਦੇ ਵਿੱਚ ਵੜਿਆ ਹੋਇਆ ਮਗਰਮੱਛ ਪਾਣੀ ਨੂੰ ਹਿਲਾ ਦਿੰਦਾ ਹੈ, ਇਸ ਤਰ੍ਹਾਂ ਫੌਜ ਦੇ ਵਿੱਚ ਹਲਚਲੀ ਮਚਾਈ ਹੋਈ ਹੈ। ਉਂਝ ਸਾਧ ਸੰਗਤ ਜੀ ਅੱਗੇ ਵੀ ਇੱਕ ਦਿਨ ਬੇਨਤੀ ਸਾਂਝੀ ਕੀਤੀ ਸੀ ਵੀ ਜਿਹੜੇ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਇਹ ਨਾਮ ਦਿੱਤੇ, ਇਹਨਾਂ ਨਾਵਾਂ ਦੇ ਵਿੱਚ ਹੀ ਬੜੀ ਬਰਕਤ ਰੱਖੀ ਗੁਰੂ ਸਾਹਿਬ ਨੇ। ਇੱਕ ਨਾਮ ਦਿੱਤਾ ਸਿੰਘ, ਮਰਦਾਂ ਨੂੰ ਨਾਮ ਦਿੱਤਾ ਸਿੰਘ, ਇਸਤਰੀਆਂ ਨੂੰ ਨਾਮ ਦਿੱਤਾ ਕੌਰ,
ਤੇ ਨਾਲ ਮਹਾਰਾਜ ਸਾਹਿਬ ਜੀ ਨੇ ਨਾਮ ਦਿੱਤਾ ਨਿਹੰਗ, ਨਾਲ ਨਾਮ ਦਿੱਤਾ ਭੁਜੰਗ। ਇਹ ਚਾਰੇ ਹੀ ਨਾਮ ਜਿਹੜੇ ਆ ਇਹ ਬੜੇ ਕਮਾਲ ਦੇ ਵੀਰ ਰਸੀ ਨਾਮ ਆ। ਜਿਹੜਾ ਤਿਆਰ ਬਰ ਤਿਆਰ ਬਾਣੀ ਵਿੱਚ ਤਿਆਰ ਬਰ ਤਿਆਰ, ਗੁਰੂ ਕੀ ਰਹਿਤ ਵਿੱਚ ਤਿਆਰ ਬਰ ਤਿਆਰ, ਤੇ ਉਹਨੂੰ ਕਹਿੰਦੇ ਆਪਾਂ ਇਹ ਨਿਹੰਗ ਸਿੰਘ। ਨਿਹੰਗ ਤੇ ਨਿਹੰਗ ਦਾ ਅਰਥ ਪੜ੍ਹ ਕੇ ਵੇਖੀਏ ਤੇ ਲਿਖਿਆ ਮਗਰਮੱਛ। ਨਿਹੰਗ ਦਾ ਅਰਥ ਹੈ ਮਗਰਮੱਛ ਤੇ ਸਿੰਘ ਦਾ ਅਰਥ ਹੈ ਸ਼ੇਰ। ਤੇ ਕੌਰ ਦਾ ਅੱਗੇ ਵੀ ਇੱਕ ਦਿਨ ਕੀਤਾ ਸੀ, ਉਹ ਪੰਛੀ ਆ ਜਿਹੜਾ ਸ਼ੇਰ ਦੀ ਜੜ ਵਿੱਚੋਂ ਵੀ ਚੁੰਝ ਨਾਲ ਮਾਸ ਖਿੱਚ ਕੇ ਖਾ ਲੈਂਦਾ। ਤੇ ਭੁਜੰਗ ਦਾ ਅਰਥ ਹੈ ਸੱਪ। ਭੁਜੰਗ ਕਹਿੰਦੇ ਸੱਪ ਨੂੰ, ਸਿੰਘ ਕਹਿੰਦੇ ਸ਼ੇਰ ਨੂੰ। ਸਾਰੇ ਹੀ ਨਾਮ ਵੇਖ ਲਓ ਕੈਸੇ ਮਹਾਰਾਜ ਨੇ ਕਮਾਲ ਦੇ ਦਿੱਤੇ। ਤੇ ਸ਼ੇਰ ਜਿਹੜਾ ਵਾ ਉਹ ਜੰਗਲ ਦਾ ਰਾਜਾ ਮੰਨਿਆ ਜਾਂਦਾ, ਤੇ ਸੱਪ ਪਤਾਲ ਦਾ ਰਾਜਾ ਮੰਨਿਆ ਜਾਂਦਾ, ਤੇ ਸਮੁੰਦਰ ਦਾ ਰਾਜਾ ਮਗਰਮੱਛ ਮੰਨਿਆ ਜਾਂਦਾ। ਸਾਰੇ ਪਾਸੇ ਰਾਜ ਤਾਂ ਸਿੰਘਾਂ ਦਾ ਹੀ ਆ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਰੋਜ਼ ਅਰਦਾਸ ਤੋਂ ਬਾਅਦ ਆਪਾਂ ਸਾਰੇ ਅਸਥਾਨਾਂ ਤੇ ਪੜ੍ਹਦੇ ਹਾਂ। ਤਾਂ ਇਹ ਰਾਜ ਹੈ ਸਭ ਸ੍ਰਿਸ਼ਟੀ ਨੂੰ ਸੁੱਖ ਦੇਣ ਵਾਲਾ। ਇਹੋ ਹੋਆ ਹਲੇਮੀ ਰਾਜ ਜੀਓ, ਸਰਬੱਤ ਦਾ ਭਲਾ ਮੰਗਣ ਵਾਲਾ ਰਾਜ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਜਿਵੇਂ ਇੱਥੇ ਉਦਾਹਰਨਾਂ ਵੀ ਉਹੀ ਦੇ ਰਹੇ ਕਵੀ ਜੀ। ਕਹਿੰਦੇ ਵੀ ਸਿੰਘਾਂ ਨੇ ਜਾਣੀ ਕਿ ਫੌਜਾਂ ਰੂਪੀ ਸਮੁੰਦਰ ਵਿੱਚ ਵੜ ਕੇ ਉਹਦੇ ਵਿੱਚ ਹਲਚਲੀ ਮਚਾ ਦਿੱਤੀ ਹੈ, ਜਿਵੇਂ ਪਾਣੀ ਵਿੱਚ ਮਗਰਮੱਛ ਹਲਚਲੀ ਮਚਾਉਂਦਾ ਹੈ। ਫਿਰ ਮਿਲ ਕੇ ਬਹੁਤੇ ਤੁਰਕਾਂ ਨੇ ਇਕੱਠੀਆਂ ਹੀ ਸ਼ਲਖਾਂ ਹੀ ਕਰ ਦਿੱਤੀਆਂ, ਵੀ ਬਹੁਤੀਆਂ ਬੰਦੂਕਾਂ ਚੋਂ ਬਹੁਤੀਆਂ ਗੋਲੀਆਂ ਚਲਾ ਦਿੱਤੀਆਂ। ਤੇ ਇੱਕ ਸਿੰਘ ਦੇ ਬਹੁਤੀਆਂ ਗੋਲੀਆਂ ਲੱਗੀਆਂ। ਜਦੋਂ ਆ ਕੇ ਜਦੋਂ ਬਹੁਤੀਆਂ ਜ਼ਿਆਦੀਆਂ ਗੋਲੀਆਂ ਲੱਗ ਜਾਂਦੀਆਂ ਤੇ ਫਿਰ ਗੋਲੀਆਂ ਲੱਗ ਲੱਗ ਕੇ ਗਿਰ ਜਾਈ, ਫਿਰ ਡਿੱਗ ਜਾਂਦਾ ਸਿੰਘ, ਫਿਰ ਸ਼ਹੀਦੀ ਪਾ ਜਾਂਦਾ ਗੁਰੂ ਕਾ ਸਿੰਘ। ਜਦੋਂ ਸਰੀਰ ਜਿਹੜਾ ਹੈ ਉਹ ਛਲਣੀ ਹੋ ਜਾਂਦਾ, ਬਹੁਤੀਆਂ ਗੋਲੀਆਂ ਵੱਜ ਜਾਂਦੀਆਂ, ਬਹੁਤੇ ਤੀਰ ਵੱਜ ਜਾਂਦੇ, ਤੇ ਫਿਰ ਸਿੰਘ ਸ਼ਹੀਦੀ ਪਾਉਂਦਾ ਹੈ। ਤੇ ਬਾਬਾ ਜੁਝਾਰ ਸਿੰਘ ਜੀ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ੋਰ ਹੈ। ਉਹ ਵੀ ਆਪਣਾ ਜ਼ੋਰ ਵਿਖਾ ਰਹੇ ਹਨ ਗੁਰੂ ਕੇ ਸਾਹਿਬਜ਼ਾਦੇ। ਕਹਿੰਦੇ ਕਿਸ਼ੋਰ ਉਮਰ ਹੈ, ਭਾਵ ਬਚਪਨ ਤੋਂ ਵੱਡੀ ਹੈ, ਤੇ ਪੂਰੇ ਜਵਾਨ ਨਹੀਂ, ਜਵਾਨੀ ਤੋਂ ਹਲੇ ਥੱਲੇ ਹੀ ਹਨ। ਬਾਬਾ ਅਜੀਤ ਸਿੰਘ ਜੀ ਜਵਾਨ ਸਨ, ਇਹਨਾਂ ਦੀ ਛੋਟੀ ਉਮਰ ਹੈ। ਤਾਂ ਇਸ ਕਰਕੇ ਕਿਸ਼ੋਰ ਉਮਰ ਹੈ। ਤੇ ਦਿਪਤ ਵੱਡ ਭਾਲਾ ਜੋ ਮਸਤਕ ਹੈ ਨਾ, ਉਹ ਬੜਾ ਚਮਕਦਾ ਹੈ। ਬਹੁਤ ਸੋਭਾ ਵਾਲਾ ਮੱਥਾ ਹੈ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ, ਜਿੱਥੇ ਉੱਚਾ ਦਮਾਲਾ ਸਜਿਆ ਹੋਇਆ ਹੈ। ਜਿਵੇਂ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਵੱਡੇ ਭਰਾ ਦਾ ਯੁੱਧ ਵੇਖਿਆ ਸੀ ਨਾ, ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਜੰਗ ਕਰਦਿਆਂ ਹੋਇਆ ਵੇਖਿਆ ਸੀ। ਜਿਵੇਂ ਉਹਨਾਂ ਨੇ ਪਹਿਲੋਂ ਤੀਰਾਂ ਨਾਲ ਯੁੱਧ ਕੀਤਾ ਸੀ। ਬਾਬਾ ਅਜੀਤ ਸਿੰਘ ਜੀ ਨੇ ਜਦੋਂ ਤੀਰ ਸਮਾਪਤ ਹੋ ਗਏ ਸੀ ਭੱਥੇ ਵਿੱਚੋਂ, ਫਿਰ ਬਰਛੀ ਨਾਲ ਯੁੱਧ ਕੀਤਾ ਸੀ। ਜਦੋਂ ਬਰਛੀ ਟੁੱਟ ਗਈ ਸੀ, ਫਿਰ ਕਿਰਪਾਨ ਨਾਲ ਯੁੱਧ ਕੀਤਾ ਸੀ। ਕਿਰਪਾਨ ਵੀ ਯੁੱਧ ਕਰਦਿਆਂ ਕਰਦਿਆਂ ਟੁੱਟ ਗਈ ਸੀ। ਫਿਰ ਕਟਾਰ ਦੇ ਨਾਲ ਯੁੱਧ ਕੀਤਾ ਸੀ ਬਾਬਾ ਜੀ ਨੇ, ਤੇ ਫਿਰ ਅਖੀਰ ਤੇ ਜਾ ਕੇ ਸ਼ਹੀਦੀ ਪਾਈ ਸੀ। ਜਿਵੇਂ ਆਪਣੇ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਜੀ ਦਾ ਯੁੱਧ ਵੇਖਿਆ, ਉਸੇ ਤਰ੍ਹਾਂ ਹੀ ਕਹਿੰਦੇ ਬਹੁਤ ਵੀਰ ਰਸ ਵਿੱਚ ਆ ਕੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਯੁੱਧ ਕਰ ਰਹੇ ਹਨ। ਵੀ ਜਿਵੇਂ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪਿਤਾ ਜੀ ਵੇਖ ਕੇ ਮੇਰੇ ਵੱਲ ਤੇ ਖੁਸ਼ ਹੋ ਜਾਣ। ਵੇਖੋ ਇਹ ਭਾਵਨਾ ਬਾਬਾ ਜੁਝਾਰ ਸਿੰਘ ਜੀ ਦੀ, ਮੇਰਾ ਯੁੱਧ ਵੇਖ ਕੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋਣ। ਉਸੇ ਤਰ੍ਹਾਂ ਕਹਿੰਦੇ ਬਹੁਤੀ ਸ਼ੀਘਰਤਾ ਕਰਦੇ, ਬੜੀ ਛੇਤੀ ਕਰਦੇ ਹਨ। ਹੱਥ ਦੇ ਵਿੱਚ ਬਹੁਤ ਹੀ ਕਰੜਾ ਤੇ ਪ੍ਰਚੰਡ ਮਹਾਨ ਹੀ ਤੇਜ ਤਰਾਰਾ ਧਨਕ ਫੜਿਆ ਹੋਇਆ ਹੈ, ਤੇ ਪੱਥੇ ਵਿੱਚੋਂ ਤਿੱਖੇ ਤਿੱਖੇ ਬਾਣ ਕੱਢ ਕੇ ਤਾਣ ਤਾਣ ਕੇ ਖਿੱਚ ਕੇ ਕੰਨ ਤੀਕ ਫਿਰ ਬਾਬਾ ਜੁਝਾਰ ਸਿੰਘ ਜੀ ਛੱਡਦੇ ਹਨ।
ਦੋਰਾ ਸਿੰਘ ਜੁਝਾਰ ਸਿੰਘ ਜੀ ਜੋਰਾਵਰੀ ਦਿਖਾ। ਇਸ ਤਰ੍ਹਾਂ ਸੋਭਾ ਵਾਲੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਆਪਣੀ ਜੋਰਾਵਰੀ, ਆਪਣੀ ਤਾਕਤ ਵਿਖਾਈ ਹੈ। ਮਾਤ ਸੁਭਾਤ ਪਰਮ ਕੋ ਧਨ ਦੇ ਉਤਲਾਏ। ਕਹਿੰਦੇ ਤੀਰਾਂ ਦੇ ਨਾਲ ਮਾਰ ਮਾਰ ਕੇ ਸੂਰਮਿਆਂ ਨੂੰ ਘੋੜਿਆਂ ਤੋਂ ਥੱਲੇ ਉਥਲਾ ਕੇ ਉਲਟਾ ਕੇ ਸੁੱਟ ਦਿੰਦੇ। ਲਖਤ ਛੰਜ ਜਿਸ ਕੋ ਜਾਏ ਤੁਲਾ ਹੋਵੇ ਨਿਰਾਤ ਤੁਮਾਰੀ। ਜਿੱਧਰਲੇ ਪਾਸੇ ਜਾਂਦੇ ਉਧਰਲੇ ਪਾਸੇ ਬਹੁਤ ਹੀ ਹੱਲਾ ਹੁੰਦਾ ਹੈ ਤੇ ਉਹ ਸਾਰੇ ਕਹਿੰਦੇ ਆ ਵੀ ਇਹਨਾਂ ਨੂੰ ਮਾਰ ਲਓ, ਇਹ ਗੁਰੂ ਕਾ ਛੋਟਾ ਪੁੱਤਰ ਜੇ, ਇਸ ਨੂੰ ਮਾਰ ਲੈਣਾ ਕਰੋ। ਸੋਦੋ ਸਹਿ ਉਪਰਤ ਕਹਿ ਆਜਤ ਨਗਨ ਖੰਡ ਕਰਤਾਰੀ। ਕਹਿੰਦੇ ਜਿੱਧਰਲੇ ਪਾਸੇ ਬਾਬਾ ਜੁਝਾਰ ਸਿੰਘ ਜੀ ਜਾਂਦੇ ਨਾ 100 200 ਜਾਂ 100 ਤੇ ਜਾਂ ਫਿਰ 200 ਇਕੱਠੇ ਹੀ ਉਮੜ ਕੇ ਪੈਂਦੇ ਆ, ਉਛਲ ਕੇ ਪੈਂਦੇ ਆ ਤੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਉਹਨਾਂ ਨੇ ਫੜੀਆਂ ਹੋਈਆਂ ਤੁਰਕਾਂ ਨੇ ਤੇ 100 200 ਬਾਬਾ ਜੁਝਾਰ ਸਿੰਘ ਜੀ ਦੇ ਦਿਵਾਲੇ ਹੁੰਦੇ ਹਨ ਫੜਨ ਵਾਸਤੇ। ਉਹ ਸੇਲੇ ਵੀ ਫੜੇ ਹੋਏ ਉਹਨਾਂ ਨੇ, ਬਰਛੀਆਂ ਵੀ ਫੜੀਆਂ ਹੋਈਆਂ, ਲੋਹੇ ਦੇ ਡੰਡਿਆਂ ਵਾਲੇ ਬਰਛੇ ਵੀ ਫੜੇ ਹੋਏ ਆ, ਲੱਕੜ ਦੇ ਡੰਡਿਆਂ ਵਾਲੇ ਬਰਛੇ ਵੀ ਫੜੇ ਹੋਏ ਆ ਤੇ ਤੀਰਾਂ ਨੂੰ ਵੀ ਛੱਡ ਰਹੇ ਆ ਤੇ ਗੋਲੀਆਂ ਵੀ ਚਲਾ ਰਹੇ ਬੰਦੂਕਾਂ ਦੇ ਵਿੱਚੋਂ। ਕਹਿੰਦੇ 200 ਤੁਰਕ ਇਕੱਠੇ ਹੀ ਬੜੇ ਸ਼ਸਤਰ ਫੜ ਕੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਘੇਰਨਾ ਚਾਹੁੰਦੇ ਆ, ਪਰ ਇੱਧਰ ਉੱਧਰ ਕਹਿੰਦੇ ਬਿਨਾਂ ਹੀ ਕਿਸੇ ਸੰਗ ਤੋਂ ਛਾਲਾਂ ਮਾਰਦੇ, ਚੁੰਗੀਆਂ ਮਾਰਦੇ, ਟੱਪਦੇ ਹੋਏ ਲੰਘ ਜਾਂਦੇ ਹਨ ਬਾਬਾ ਜੀ। ਲੱਖਾਂ ਹੀ ਸ਼ਸਤਰ ਚੱਲ ਰਹੇ ਆ ਜਿਨ੍ਹਾਂ ਦਾ ਮੁਕਾਬਲਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਇਕੱਲੇ ਕਰ ਰਹੇ ਆ। ਜਿਹੜਾ ਬਚਨ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਤਾਂ ਮਹਾਰਾਜ ਸਾਹਿਬ ਜੀ ਦੇ ਉਹ ਬਚਨ ਪੂਰੇ ਕਰ ਰਹੇ ਗੁਰੂ ਕੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ। ਇੱਕ ਪਾਸੇ ਲੱਖਾਂ ਹਥਿਆਰਬੰਦ ਉਹ ਲੱਖਾਂ ਸ਼ਸਤਰ ਚਲਾ ਰਹੇ ਆ ਤੇ ਜਾਣੋ ਕਿ ਕਵੀ ਜੀ ਕਹਿੰਦੇ ਆ ਵੀ ਬਲ ਦੇ ਨਾਲ ਉਹ ਸ਼ਸਤਰ ਚਲਾ ਰਹੇ ਆ ਇਸ ਤਰੀਕੇ ਨਾਲ ਵੀ ਜਨ ਬਲ ਤੇ ਘਨ ਉੱਠਿਆ, ਜਿਵੇਂ ਬੜਾ ਜ਼ੋਰ ਦਾ ਮੀਂਹ ਪੈਂਦਾ ਹੈ, ਕਣੀਆਂ ਗਿਣੀਆਂ ਨਹੀਂ ਜਾਂਦੀਆਂ, ਇਸ ਤਰੀਕੇ ਨਾਲ ਸ਼ਸਤਰ ਚੱਲਦੇ ਹਨ। ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਹਨ ਤਰਾਤਰ, ਲਗਾਤਾਰ ਤਾਂ ਤੀਰਾਂ ਦੀ ਹੋ ਰਹੀ ਹੈ, ਜਾਣੀ ਕਿ ਬਰਖਾ ਹੀ ਹੋ ਰਹੀ ਗੋਲੀਆਂ ਤੇ ਤੀਰਾਂ ਦੀ, ਤੇ ਸ਼ਬਦ ਬਹੁਤ ਜ਼ਿਆਦਾ ਹੋ ਰਿਹਾ, ਗੋਲੀਆਂ ਦੀ ਠਾ ਠਾ ਦੀ ਆਵਾਜ਼ ਆ ਰਹੀ ਹੈ, ਤੀਰਾਂ ਦੀ ਆਵਾਜ਼ ਉੱਠ ਰਹੀ ਹੈ। ਕਹਿੰਦੇ ਪ੍ਰਭੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਦੇ ਕਰਕੇ ਹੀ ਰੱਖੀ ਜਾ ਰਹੇ ਸਾਹਿਬਜ਼ਾਦੇ ਨੂੰ। ਸਾਰੇ ਪਾਸਿਓਂ ਫਿਰਦਾ ਏ ਬੀਚ ਉਤਲਾਵਾ ਨਾਮ ਕਾਲੀ ਨਾਲ ਇਧਰ ਉਧਰ ਫਿਰ ਰਹੇ ਹਨ। ਪਹਿਲਾਂ ਤੀਰ ਚਲਾਏ, ਜਦੋਂ ਤੀਰ ਸਮਾਪਤ ਹੋ ਗਏ ਨਾ ਭੱਥੇ ਚੋਂ, ਫਿਰ ਖੜਗ ਕੱਢ ਲਈ ਬਾਬਾ ਜੁਝਾਰ ਸਿੰਘ ਜੀ ਤੇ ਖੜਗ ਕੱਢ ਕਰਕੇ ਫਿਰ ਬਾੜਤ ਸ਼ਤਰੂਆਂ ਨੂੰ ਵੱਢੀ ਜਾਂਦੇ ਆ, ਵਾਢੀ ਪਾ ਦਿੱਤੀ ਬਾਬਾ ਜੀ ਨੇ, ਸੱਥਰ ਵਿਛਾ ਦਿੱਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ। ਕਹਿੰਦੇ ਵੀ ਇਸ ਤਰ੍ਹਾਂ ਤੁਰਕਾਂ ਦੀ ਫੌਜ ਨੂੰ ਵੱਢੀ ਜਾਂਦੇ ਆ, ਜਾਣੋ ਕਿ ਜਿਉਂ ਲਾਗੀ ਬਣ ਦਾਵਾ, ਜਿਵੇਂ ਜੰਗਲ ਨੂੰ ਦਾਵਾ ਅਗਨੀ ਲੱਗੀ ਹੋਵੇ, ਇੱਕ ਪਾਸਿਓਂ ਅੱਗ ਲੱਗ ਜਾਵੇ ਤੇ ਉਹ ਸਾੜ ਕੇ ਇੱਕ ਪਾਸਿਓਂ ਸਵਾਹ ਕਰੀ ਜਾਂਦੀ ਨਾ, ਇਸ ਤਰ੍ਹਾਂ ਬਾਬਾ ਜੀ ਵੱਢ ਕੇ ਢੇਰ ਲਾਈ ਜਾਂਦੇ ਤੁਰਕਾਂ ਦਾ। ਕਹਿੰਦੇ ਬਹੁਤੇ ਤੇਜ ਤਰਾਰੇ ਆ ਬਾਬਾ ਜੁਝਾਰ ਸਿੰਘ ਜੀ, ਬਹੁਤੇ ਹੀ ਤੇਜ ਵਾ। ਇੱਕ ਛਿਣ ਵਿੱਚ ਹੀ ਇੱਧਰ ਵੱਢ ਕੇ ਨਾ ਤੇ ਵਿੱਚੋਂ ਨਿਕਲ ਕੇ ਆਓ ਦੂਜੇ ਬੰਨੇ ਚਲੇ ਜਾਂਦੇ। ਛਿਣ ਮੈਂ ਨਿਕਸ਼ ਜਾਤ ਹੈ ਵਿੱਚ ਤੇ ਵਿੱਚੋਂ ਦੀ ਚੀਰ ਕੇ ਵੱਢਦੇ ਸ਼ਸਤਰ ਚਲਾਉਂਦੇ ਹੋਏ ਭੱਜ ਜਾਂਦੇ ਦੂਜੇ ਬੰਨੇ। ਤੇ ਦੂਤੀ ਦਿਸ਼ਾ ਜਦ ਜਾਵੇਂ, ਜਦੋਂ ਦੂਜੀ ਤਰਫ ਚਲੇ ਜਾਂਦੇ ਉਧਰ ਵੀ ਵੱਢਣ ਲੱਗ ਪੈਂਦੇ। ਤੇ ਇੰਨੀ ਤੇਜ਼ ਤਲਵਾਰ ਚਲਾਉਂਦੇ ਨਾ ਬਾਬਾ ਜੁਝਾਰ ਸਿੰਘ ਸਾਹਿਬ ਜੀ, ਕਿਉਂਕਿ ਉਹਨਾਂ ਦਾ ਅਭਿਆਸ ਸੀ। ਗੱਲ ਅਭਿਆਸ ਨਾਲ ਪਿੱਛੇ ਗੁਰੂ ਦੇ ਪੁੱਤਰ ਆ, ਗੁਰੂ ਕੀ ਕਿਰਪਾ ਤੇ ਅਭਿਆਸ ਵੀ ਸੀ ਸਾਧ ਸੰਗਤ ਜੀ।
ਜਿਵੇਂ ਗੱਤਕਾ ਸਿੰਘ ਖੇਡਦੇ ਆ, ਆਮ ਬੰਦਾ ਨਹੀਂ ਉਤਨਾ ਸ਼ਸਤਰ ਚਲਾ ਸਕਦਾ। ਉਹ ਰੋਜ਼ ਦਾ ਅਭਿਆਸ ਹੁੰਦਾ ਵਾ ਇੰਨੀ ਤੇਜ਼ ਚਲਾਉਣ ਦਾ। ਤੇ ਉਹਨਾਂ ਸਿੰਘਾਂ ਨੇ ਵੀ ਅਭਿਆਸ ਕੀਤਾ ਸੀ। ਜਿੱਥੇ ਗੁਰਬਾਣੀ ਦਾ ਅਭਿਆਸ, ਉੱਥੇ ਸ਼ਸਤਰਾਂ ਦਾ ਵੀ ਅਭਿਆਸ, ਹਥਿਆਰਾਂ ਦਾ ਵੀ ਅਭਿਆਸ ਸੀ। ਇਸ ਕਰਕੇ ਜਦੋਂ ਚਲਾਉਂਦੇ ਆ ਤੇ ਫਿਰ ਕਾੜ ਕਾੜ ਹੁੰਦੀ ਆ ਜਦੋਂ ਕਿਰਪਾਨ ਚੱਲਦੀ ਬਾਬਾ ਜੀ ਦੀ। ਤੇ ਦੂਸਰੇ ਤੁਰਕ ਜਿਹੜੇ ਆ ਤੇ ਪਹਾੜੀ ਰਾਜੇ ਫੌਜ, ਉਹ ਸਾਰੇ ਮਹਾਰੌਰ ਤਬ ਪਾਵੇ, ਬਹੁਤਾ ਰੌਲਾ ਪਾਉਂਦੇ ਹਨ। ਉਂਝ ਖੇਡਣ ਦੀ ਉਮਰ ਹੀ ਆ ਨਾ ਬਾਬਾ ਜੀ ਦੀ, ਹਾਲੇ ਹੈ ਕਿਸ਼ੋਰ ਅਵਸਥਾ ਹੈ। ਤੇ ਜਾਣੋ ਕਿ ਕਹਿੰਦੇ ਕਵੀ ਜੀ ਉਦਾਹਰਨ ਦੇ ਤੇ ਜਾਣਿਓ ਕਿ ਖੇਲਤ ਹੈ ਬਾਲਕ ਸੰਗੇ, ਵੀ ਯੁੱਧ ਕਰ ਰਹੇ ਆ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਬਾਲਕਾਂ ਨਾਲ ਖੇਡ ਹੀ ਰਹੇ ਹੋਣ। ਅਤ ਆਨੰਦ ਉਮਗੰਤੇ, ਤੇ ਬੜੇ ਆਨੰਦ ਦੇ ਵਿੱਚ ਆ, ਉਤਸ਼ਾਹ ਦੇ ਵਿੱਚ ਉਮਗ ਉਮਕ ਕੇ ਉਛਲ ਉਛਲ ਕੇ ਪੈਂਦੇ ਹਨ ਬਾਬਾ ਜੀ। ਜੀਤ ਜਾਤ ਹੈ ਜਨ ਕਿਤ ਕੋ ਹਵੈ, ਕੈ ਪੁਨ ਭਾਵ ਤਲ ਬਲੰਦ। ਕਹਿੰਦੇ ਜਿੱਧਰ ਜਾਂਦੇ ਉਧਰ ਵੱਢ ਕੇ ਸੁੱਟ ਜਾਂਦੇ, ਉਧਰ ਜੇਤੀ ਲੈਂਦੇ ਬਾਜੀ। ਇਹ ਖੇਡ ਖੇਡ ਰਹੇ ਆ। ਇਸੇ ਨੂੰ ਮਹਾਰਾਜ ਨੇ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇਣ ਦੀ ਖੇਡ ਖੇਡੀ ਜਾ ਰਹੇ ਅੱਜ ਬਾਬਾ ਜੀ। ਜੀਤ ਜਾਤ ਹੈ ਜਿੱਤ ਕਿਤ ਹੋਵੈ, ਜਿੱਧਰ ਕਿੱਧਰ ਜਾਂਦੇ ਉਧਰ ਉਹ ਜਿੱਤ ਹੀ ਜਾਂਦੇ ਉਹਨਾਂ ਨੂੰ। ਤੇ ਫਿਰ ਧਾਵਤ ਚਪਲੰਤੇ, ਫਿਰ ਨਾ ਦੌੜ ਜਾਂਦੇ ਬੜੀ ਤੇਜ਼ੀ ਦੇ ਨਾਲ, ਚੰਚਲਤਾ ਦੇ ਨਾਲ। ਫਿਰ ਕਹਿੰਦੇ ਘੇਰਾ ਪੈ ਗਿਆ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ। ਘੇਰਾ ਪੈ ਗਿਆ, 4 ਛਪੇਰੇ ਤਲਵਾਰਾਂ ਹੀ ਤਲਵਾਰਾਂ ਨੰਗੀਆਂ। ਉਹਨਾਂ ਦੀ ਜਾਣੋ ਕਿ ਛਾਂ ਹੀ ਹੋ ਗਈ ਬਾਬਾ ਜੀ ਦੇ ਉੱਤੇ। ਇੰਨੀਆਂ ਤਲਵਾਰਾਂ, 62 ਹੈ ਚੌਫੇਰੇ, ਪਰ ਬਾਬਾ ਜੀ ਘੇਰੇ ਹੋਏ 4 ਛਪੇਰੇ ਹੀ ਤੇਜ਼ ਤਰਾਰੇ ਹੋ ਕਰਕੇ ਤਲਵਾਰ ਵਾਹੀ ਜਾਂਦੇ ਹਨ। ਚਾਰ ਛਪੇਰੇ ਇੰਨੀਆਂ ਤਲਵਾਰਾਂ ਵਾਲੇ ਆ ਗਏ ਆ, ਜਾਣੋ ਛਾਂ ਹੋ ਗਈ ਆ। ਫਿਰ ਗਤਕਾ ਬਾਜੀ, ਉਹ ਪੈਂਤੜੇ ਬਦਲ ਬਦਲ ਕੇ ਤਲਵਾਰ ਵਾਹ ਕੇ ਤੇ ਘਾਤ ਲਾ ਕੇ ਫਿਰ ਵੀ ਸੁੱਟੀ ਜਾਂਦੇ ਵੱਢ ਵੱਢ ਕੇ। ਕਹਿੰਦੇ ਬਾਬਾ ਜੀ ਨੇ ਇੰਨੇ ਤੁਰਕਾਂ ਨੂੰ ਵੱਢਿਆ ਉੱਥੇ ਜੰਗ ਦੇ ਮੈਦਾਨ ਵਿੱਚ। ਬਾਬਾ ਜੁਝਾਰ ਸਿੰਘ ਜੀ ਨੇ ਜਾਣੋ ਕਿ ਖੂਨ ਦੀ ਨਦੀ ਵਗਾ ਦਿੱਤੀ ਆ, ਖੂਨ ਦੀ ਨਦੀ ਵਗਾ ਦਿੱਤੀ ਜਿੱਧਰ ਪੈਂਦੇ ਆ। ਤੇ ਜਿੱਤ ਕਿਤ ਲੋਥਨ ਕੇ ਅੰਬਾਰਾ, ਜਿੱਧਰ ਕਿੱਧਰ ਕਹਿੰਦੇ ਲੋਥਾਂ ਦੇ ਲਾਸ਼ਾਂ ਦੇ ਢੇਰ ਲਾ ਦਿੱਤੇ। ਤੇ ਕਿਸੇ ਪਾਸੇ ਸਿਰ ਰੁੜੇ ਫਿਰਦੇ ਆ ਤੁਰਕਾਂ ਦੇ, ਉਹ ਇਸ ਤਰ੍ਹਾਂ ਲੱਗਦੇ ਆ ਜਿਵੇਂ ਗੇਂਦਾਂ ਰੁੜੀਆਂ ਫਿਰਦੀਆਂ, ਵੱਡੀਆਂ ਵੱਡੀਆਂ ਗੇਂਦਾਂ। ਕਿੰਦਕ ਨਾਮ ਹੈ ਖਿੱਦੋ ਦਾ, ਗੇਂਦ ਦਾ ਸਮ, ਉਹਦੇ ਬਰਾਬਰ ਕਹਿੰਦੇ ਸਿਰ ਰੁੜੇ ਫਿਰਦੇ ਆ। ਤੇ ਕਰ ਪਾਗ ਡੰਡਨ ਮਾਰਾ, ਕਈਆਂ ਦੀਆਂ ਬਾਹਾਂ ਲਾ ਦਿੱਤੀਆਂ ਸੀ ਬਾਬਾ ਜੀ ਨੇ, ਕਈਆਂ ਦੀਆਂ ਲੱਤਾਂ ਝਟਕਾ ਦਿੱਤੀਆਂ ਸੀ ਬਾਬਾ ਜੁਝਾਰ ਸਿੰਘ ਜੀ ਨੇ। ਉਹ ਲੱਤਾਂ ਤੇ ਬਾਹਾਂ ਜਿਹੜੀਆਂ ਨਾ, ਉਹ ਜਾਣੋ ਕਿ ਇਹ ਸਿਰਾਂ ਰੂਪੀ ਗੇਂਦ ਦੇ ਲਾਗੇ ਉਹ ਡੰਡੇ ਪਏ ਹੋਏ ਆ, ਜਾਂ ਇਸ ਤਰ੍ਹਾਂ ਕਹੋ ਵੀ ਉਹ ਖਿੱਦੋ ਖੁੰਡੀਆਂ ਪਈਆਂ ਹੋਈਆਂ ਹਨ। ਤੇ ਕਿੰਨੀਆਂ ਹੀ ਵੱਡੀਆਂ ਵੱਡੀਆਂ ਜਿਹੜੀਆਂ ਬਿਰਧ ਗਿਲਜਾਂ ਵਾ ਨਾ, ਉਹ ਬੈਠੀਆਂ ਹੋਈਆਂ ਮਾਸ ਖਾ ਰਹੀਆਂ। ਤੇ ਕਿਸੇ ਪਾਸੇ ਡੋਲਦੀਆਂ ਨਹੀਂ, ਰੱਜੀਆਂ ਹੋਈਆਂ ਮਾਸ ਖਾ ਕੇ। ਤੇ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦੀਆਂ ਮਾਸ ਦੀਆਂ ਬੋਟੀਆਂ ਨੂੰ ਉਹ ਖਿੱਚ ਖਿੱਚ ਕੇ ਨਾ ਉਛਾਲ ਰਹੀਆਂ ਵਾ, ਤਾਂ ਨੂੰ ਸੁੱਟ ਰਹੀਆਂ ਆਪਣੀਆਂ ਚੁੰਝਾਂ ਦੇ ਨਾਲ ਗਿਲਜਾਂ, ਤੇ ਖਾ ਰਹੀਆਂ ਵਾ, ਉਛਾਲ ਰਹੀਆਂ ਵਾ, ਤੇ ਚੀਕ ਰਹੀਆਂ, ਬੋਲ ਰਹੀਆਂ ਹਨ। ਦੇਸੀ ਕਾਂ, ਪਹਾੜੀ ਕਾਂ, ਉਹਨਾਂ ਦੀਆਂ ਕੂਕਾਂ ਹੋ ਰਹੀਆਂ ਵਾ, ਉਹ ਕੂਕ ਰਹੇ ਆ। ਗਿੱਦੜ ਵੀ ਬੋਲ ਬੋਲ ਕੇ ਸੁਣਾ ਰਹੇ, ਗਿੱਦੜਾਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ। ਕਹਿੰਦੇ ਮਾਸਾਹਾਰੀ ਜੀਵ ਲੋਥਾਂ ਨੂੰ ਖਿੱਚੀ ਫਿਰਦੇ ਆ, ਮਾਸ ਖਾਈ ਜਾਂਦੇ ਆ। ਕਿਤੇ ਕਈ ਲਹੂ ਪੀ ਰਹੇ ਆ, ਕਈ ਮਾਸ ਖਾ ਰਹੇ ਹਨ। ਰੁਦਰ ਪਾਨ ਪਲ ਖਾਵੇਂ, ਉਹ ਲਹੂ ਪੀ ਰਹੇ ਆ ਤੇ ਮਾਸ ਖਾ ਰਹੇ ਹਨ। ਉਹ
ਉੱਥੇ ਕਹਿੰਦੇ ਜਿਹੜੇ ਗੁਪਤ ਵਾ ਨਾ, ਗੁਪਤ ਨਹੀਂ ਦਿਸਣ ਵਾਲੇ, ਉਹ ਭੂਤ ਪਿਸਾਚ ਪ੍ਰੇਤ, ਉਹ ਵੀ ਲਹੂ ਪੀ ਕੇ ਮਾਸ ਖਾ ਕੇ ਰੱਜੇ ਹੋਏ ਡਕਾਰ ਮਾਰ ਰਹੇ ਹਨ। ਖਪਰ ਭਰੇ ਜੋਗਨੀ ਤ੍ਰਿੰਤੇ ਗੁਰਬਿਨ ਕੌਣ ਰਜਾਏ। ਉਹ ਜੋਗਣੀਆਂ ਵੀ ਜੰਗ ਦੇ ਮੈਦਾਨ ਵਿੱਚ ਖੱਪਰ ਭਰ ਕੇ ਲਹੂ ਪੀ ਕੇ ਰੱਜੀਆਂ ਹੋਈਆਂ ਤੇ ਕਹਿੰਦੀਆਂ ਵਾ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਰਜਾ ਦਿੱਤਾ ਸਾਨੂੰ, ਨਹੀਂ ਤੇ ਸਾਨੂੰ ਕੌਣ ਸੀ ਰਜਾਉਣ ਵਾਲਾ। ਇੰਨੇ ਤੁਰਕਾਂ ਨੂੰ ਮਾਰਿਆ ਇੱਥੇ ਵੱਡੀ ਗਿਣਤੀ ਵਿੱਚ, ਤੇ ਸਾਨੂੰ ਪੀਣ ਵਾਸਤੇ ਲਹੂ ਮਿਲਿਆ ਤੇ ਸਾਨੂੰ ਰਜਾ ਦਿੱਤਾ ਹੈ ਗੁਰੂ ਸਾਹਿਬ ਨੇ। ਗੁਰੂ ਤੋਂ ਬਿਨਾਂ ਸਾਨੂੰ ਕੌਣ ਰਜਾ ਸਕਦਾ ਸੀ। ਚਾਰ ਛਪੇਰੇ ਤੁਰਕਾਂ ਦੀ ਫੌਜ ਵਿੱਚ ਨਗਾਰੇ ਵੱਜ ਰਹੇ ਆ, ਪਟੇ ਵੱਜ ਰਹੇ ਆ, ਢੋਲ ਵੱਜ ਰਹੇ, ਸ਼ਹਿਨਾਈਆਂ ਵੱਜ ਰਹੀਆਂ ਹਨ। ਉਹ ਲੋਹੇ ਦੀਆਂ ਸਿਖਾਈਆਂ ਨਾਲ ਜਿਹਨੂੰ ਵਜਾਉਂਦੇ ਉਹਨੂੰ ਪਟੇ ਕਹਿ ਦਿੰਦੇ, ਤੇ ਨਗਾਰੇ ਵੱਜ ਰਹੇ ਹਨ। ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਇੰਨਾ ਤੇਜ਼ ਕੀਤਾ ਹੋਇਆ ਜੰਗ, ਇੰਨੀ ਫੁਰਤੀ ਦੇ ਨਾਲ, ਇੰਨੀ ਤੇਜ਼ੀ ਨਾਲ ਤਲਵਾਰ ਚਲਾਈ, ਤੇ ਵੇਖ ਵੇਖ ਕੇ ਸਮੂਹ ਤੁਰਕਾਂ ਦੀ ਜਿੰਨੀ ਫੌਜ ਸੀ ਨਾ ਉਹ ਹੈਰਾਨ ਹੋ ਗਈ, ਉਹ ਬਿਸਮ ਹੋ ਗਈ, ਹੈਰਾਨ ਹੋ ਗਏ। ਕਹਿੰਦੇ ਵੀ ਗੁਰੂ ਕਾ ਪੁੱਤਰ ਇੰਨੀ ਤੇਜ਼ ਤਲਵਾਰ ਚਲਾਉਂਦਾ ਹੈ। ਤੇ ਉੱਥੇ ਕਹਿੰਦੇ ਕਿੰਨਰ ਆ ਗਏ, ਗੰਧਰਵ ਦੇਵਤਿਆਂ ਦੇ ਰਾਗੀ ਆ ਗਏ, ਸਿੱਧ ਆ ਗਏ, ਅਪਸ਼ਰਾਂ ਆ ਗਈਆਂ। ਵੇਖ ਵੇਖ ਕੇ ਹੈਰਾਨ ਹੋ ਰਿਹਾ ਗੁਰੂ ਕੇ ਪੁੱਤਰ ਦਾ ਜੰਗ। ਤੇ ਉਹ ਕਹਿ ਰਿਹਾ ਵੀ ਕਿੱਥੇ ਤਾਂ ਇਹ ਭੁੱਖ ਦੇ ਦੁੱਖ ਤੋਂ ਤੰਗ ਹੋਏ 40 ਭੁੱਖੇ ਸਿੰਘ, ਤੇ ਕਿੱਥੇ ਜਿਹੜਾ ਵਾ 10 ਲੱਖ ਫੌਜ ਦਾ ਘੇਰਾ। 10 ਲੱਖ ਦੇ ਨਾਲ ਇਹ 40 ਭੁੱਖੇ, ਤੇ ਕੈਸੀ ਵੀਰਤਾ ਦੇ ਨਾਲ, ਕੈਸੀ ਸੂਰਬੀਰਤਾ ਦੇ ਨਾਲ ਜੰਗ ਕਰ ਰਹੇ ਆ। ਸਾਰੇ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ। ਉਹ ਆਪਸ ਵਿੱਚ ਕਹਿ ਰਹੇ ਆ ਵੀ ਕਿੱਡਾ ਵੱਡਾ ਜੰਗ ਮੰਡਿਆ ਹੋਇਆ ਇਹ ਗੁਰੂ ਸਾਹਿਬ ਜੀ ਨੇ। ਇਹ ਤੁਰਕਾਂ ਨੂੰ ਮਾਰਨ ਵਾਸਤੇ ਤੇ ਹਜ਼ਾਰਾਂ ਨੂੰ ਮਾਰ ਦਿੱਤਾ ਹੈ। ਜਦੋਂ ਕੁਝ ਸਮਾਂ ਬੀਤਿਆ ਨਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਲੜਦਿਆਂ ਹੋਇਆਂ, ਤੇ 4 ਛਫੇਰੇ ਢੇਰ ਹੀ ਲੱਗ ਗਏ ਲਾਸ਼ਾਂ ਦੇ। ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਲੋਥ ਤੇ ਲੋਥ ਚੜਾ ਦਿੱਤੀ। ਤੇ ਕਹਿੰਦੇ ਹਨ ਬਾਬਾ ਜੁਝਾਰ ਸਿੰਘ ਜੀ ਨੇ ਬਹੁਤ ਵੱਡੀ ਜੋਰਾਵਰੀ ਕਰਕੇ, ਤਾਕਤ ਕਰ ਕਰਕੇ ਆਪਣਾ ਜ਼ੋਰ ਵਿਖਾਇਆ ਹੈ। ਹਜ਼ਾਰਾਂ ਨੂੰ ਮਾਰ ਕੇ, ਸਮੂਹ ਤੁਰਕਾਂ ਨੂੰ ਮਾਰ ਕੇ, ਬਹੁਤਿਆਂ ਨੂੰ ਮਾਰ ਕੇ ਫਿਰ ਜੰਗ ਦੇ ਵਿੱਚ ਹੀ ਲੁਪਤ ਹੋ ਗਏ। ਭਾਵ ਜੰਗ ਦੇ ਵਿੱਚ ਹੀ ਪੁਰਜਾ ਕੱਟ ਕੇ ਤੇ ਸ਼ਹੀਦ ਹੋ ਗਏ। ਬਾਬਾ ਜੁਝਾਰ ਸਿੰਘ ਸਾਹਿਬ ਜੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕਰ ਲਈ। ਬਾਬਾ ਜੀ ਦੀ ਸ਼ਹੀਦੀ ਤੇ ਜਕਾਰਾ ਬੁਲਾਈਏ ਭਾਈ। ਸਤਿ ਸ੍ਰੀ ਅਕਾਲ। ਦਸਾਂ ਦਿਸ਼ਾ ਦੇ ਦੁਸ਼ਮਣ ਵੇਖ ਰਹੇ ਚਾਰ ਛਫੇਰਿਓਂ ਹੀ, 10 ਦਿਸ਼ਾਵਾਂ ਤੋਂ ਹੀ। ਕਹਿੰਦੇ ਵੇਂਦਿਆਂ ਵੇਂਦਿਆਂ ਅਦ੍ਰਿਸ਼ਟ ਹੋ ਗਏ, ਭਾਵ ਟੁਕੜਾ ਟੁਕੜਾ ਹੋ ਗਏ, ਪੁਰਜਾ ਹੋ ਗਏ। ਜਿਵੇਂ ਗੁਰੂ ਕਾ ਬਚਨ ਹੈ ਨਾ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਭਾਵ ਉਹ ਜਦੋਂ ਐ ਸਰੀਰ ਤੇ ਬਹੁਤੇ ਜ਼ਿਆਦੇ ਫੱਟ ਲੱਗੇ ਤੇ ਆਖਰੀ ਸਵਾਸ ਤੀਕ ਲੜਦੇ ਰਹੇ, ਤੇ ਫਿਰ ਗੁਰੂ ਪਿਤਾ ਜੀ ਨੂੰ ਫਤਿਹ ਬੁਲਾਉਂਦਿਆਂ ਹੋਇਆਂ ਜੂਝ ਗਏ, ਸ਼ਹੀਦੀ ਪਾ ਗਏ। ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਦੋਵੇਂ ਕਲਗੀਧਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ, ਫਿਰ ਬਾਕੀ ਦੇ ਜਿੰਨੇ ਸਿੰਘ ਗੜੀ ਵਿੱਚ ਸੀ ਨਾ, ਉਹਨਾਂ ਨੇ ਫਿਰ ਅਰਜ਼ ਗੁਜ਼ਾਰੀ ਹੈ। ਉਹਨਾਂ ਨੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ, ਉਹਨਾਂ ਸਿੰਘਾਂ ਆਖਿਆ, ਮਹਾਰਾਜ ਦਸ਼ਮੇਸ਼ ਪਿਤਾ ਹੁਣ ਕੀ ਵੇਖ ਰਹੇ ਹੋ? ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ,
ਜਿੰਨੇ ਸਿੰਘ ਬਾਹਰ ਜੰਗ ਕਰਨ ਵਾਸਤੇ ਗਏ ਸੀ ਉਹ ਵੀ ਸਾਰੇ ਸ਼ਹੀਦ ਹੋ ਗਏ। ਅਬ ਦੇਖਤ ਕਿਆ ਹੋ ਮਹਾਰਾਜ, ਹੁਣ ਕੀ ਵੇਖ ਰਹੇ ਹੋ? ਹੁਣ ਸਾਡੀ ਬੇਨਤੀ ਹੈ ਕਿ ਆਪ ਇਹ ਜੰਗ ਅਖਾੜਾ ਛੱਡ ਕੇ ਇੱਥੋਂ ਨਿਕਲ ਜਾਓ, ਇੱਥੋਂ ਚਲੇ ਜਾਓ। ਜਗਤ ਸਤ ਮੈਂ ਨਸ ਪਕਰਨ ਕਹਿ ਰਹਿ ਸਹਾਰਾ। ਮਹਾਰਾਜ ਇਹਨਾਂ ਪਹਾੜੀਆਂ ਨੇ 22 ਧਾਰੀਆਂ ਨੇ ਤੇ ਸਮੂਹ ਤੁਰਕਾਂ ਨੇ ਦਗਾ ਕੀਤਾ ਦੁਸ਼ਟਾਂ ਨੇ। ਇਹ ਆਪ ਜੀ ਨੂੰ ਫੜਨਾ ਚਾਹੁੰਦੇ ਆ ਤੇ ਜਾਂ ਜੰਗ ਦੇ ਮੈਦਾਨ ਵਿੱਚ ਆਪ ਜੀ ਨੂੰ ਸੰਘਾਰਨਾ ਚਾਹੁੰਦੇ ਹਨ, ਖਤਮ ਕਰਨਾ ਚਾਹੁੰਦੇ ਹਨ। ਹਮੋ ਸਾਰ ਕੇ ਸਿੱਖ ਵਸ ਹੋਏ ਉਜਲੇ ਤੁਮ ਸਰੀਰਾ। ਜਿੰਨੇ ਅੰਦਰ ਸਿੰਘ ਸੀ ਨਾ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਆਦਿਕ, ਇਹਨਾਂ ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਕਹਿੰਦੇ ਮਹਾਰਾਜ ਅਸੀਂ ਸਾਰੇ ਆਪ ਜੀ ਦੇ ਸਰੀਰ ਦੀ ਕੁਸਲ ਚਾਹੁੰਦੇ ਹਾਂ, ਰਾਜੀ ਖੁਸ਼ੀ ਚਾਹੁੰਦੇ ਹਾਂ, ਅਸੀਂ ਆਪ ਜੀ ਦੇ ਸਰੀਰ ਦੀ ਸਲਾਮਤੀ ਚਾਹੁੰਦੇ ਹਾਂ। ਮਹਾਰਾਜ ਤੁਸੀਂ ਇਸ ਜੰਗ ਦੇ ਮੈਦਾਨ ਵਿੱਚੋਂ ਬਾਹਰ ਚਲੇ ਜਾਓਗੇ ਤੇ ਸਾਡੇ ਵਰਗੇ ਹਮੋ ਸਾਰਖੇ ਸਿੱਖ ਲੱਛ ਹੋਵੇਂ, ਸਾਡੇ ਵਰਗੇ ਲੱਖਾਂ ਫੇਰ ਪੈਦਾ ਹੋ ਜਾਣਗੇ। ਪਰ ਹੇ ਗਰੀਬ ਨਵਾਜ, ਅਸੀਂ ਸਾਰੇ ਮਿਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰ ਲਓਗੇ। ਤੁਸੀਂ ਇਸ ਗੜੀ ਚੋਂ ਬਾਹਰ ਚਲੇ ਜਾਓਗੇ, ਜੰਗ ਦੇ ਮੈਦਾਨ ਨੂੰ ਛੱਡ ਕੇ ਚਲੇ ਜਾਓਗੇ ਤੇ ਸਾਡੇ ਵਰਗੇ ਫੇਰ ਸਿੰਘ ਲੱਖਾਂ ਪੈਦਾ ਹੋ ਜਾਣਗੇ। ਸਾਡੀ ਅਰਜ਼ ਹੈ ਮਹਾਰਾਜ ਤੁਸੀਂ ਇਹ ਜੰਗ ਨੂੰ ਛੱਡ ਕੇ ਚਲੇ ਜਾਓ। ਜਿਤੇ ਵਹਿ ਸੇਰ ਬਹਿਤ ਕਹੇ ਨਾਮ ਢਾਲਿਓ ਸਾਨਾ ਲਖਮ ਵਤ ਕਰ ਪੀਰਾ। ਮਹਾਰਾਜ ਜਿੰਨੇ ਸੂਰਬੀਰ ਜੰਗ ਕਰਨ ਵਾਸਤੇ ਗਏ ਉਹਨਾਂ ਨੇ ਬਹੁਤ ਵੱਡਾ ਜੰਗ ਕੀਤਾ। ਸਾਰੇ ਸੂਰਬੀਰਾਂ ਨੇ ਘਮਸਾਣ ਦਾ ਜੰਗ ਉਹਨਾਂ ਨੇ ਕੀਤਾ ਹੈ ਤੇ ਉਹਨਾਂ ਲੱਖਾਂ ਨੂੰ ਦੁਸ਼ਮਣਾਂ ਨੂੰ ਮਾਰ ਮੁਕਾਇਆ ਹੈ ਜੰਗ ਕਰਦਿਆਂ ਹੋਇਆਂ। ਜਿਤੇ ਵਹਿ ਸੇ ਲਾਗੇ ਸਮੈ ਸਭ ਹੋਏ। ਜਿੰਨੇ ਗੜੀ ਚੋਂ ਬਾਹਰ ਗਏ ਸੀ ਸਿੰਘ ਉਹਨਾਂ ਸਾਰਿਆਂ ਦਾ ਮਹਾਰਾਜ ਅੰਤ ਸਮਾਂ ਹੋ ਗਿਆ ਹੈ, ਭਾਵ ਸਾਰੇ ਸ਼ਹੀਦੀ ਪਾ ਗਏ ਹਨ। ਲੱਖਾਂ ਦਾ ਦਿਲ ਕੋਆਪੜੇ ਜਗ ਮਰ ਹੋਏ। ਹੇ ਗਰੀਬ ਨਵਾਜ, ਬਾਹਰ ਜਾਣ ਵਾਲੇ ਸਾਰੇ ਸਿੰਘ ਸ਼ਹੀਦ ਹੋ ਗਏ। ਦੋਵੇਂ ਆਪ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦੀ ਪਾ ਗਏ। ਆਪਾਂ ਮਹਾਰਾਜ ਵੇਖ ਲਏ, ਆਪ ਜੀ ਨੇ ਵੀ ਬਾਹਰ ਵੇਖਿਆ। ਪਰ ਹੁਣ ਜਿੰਨੀ ਲੱਖਾਂ ਦੀ ਫੌਜ ਹੈ ਨਾ ਉਹ ਚਾਰ ਛਪੇਰਿਓਂ ਮਹਾਰਾਜ ਉਮੜੀ ਹੋਈ ਹੈ। ਉਹ ਉਛਲ ਕੇ ਮਹਾਰਾਜ ਗੜੀ ਵੱਲ ਨੂੰ ਨੇੜੇ ਆ ਰਹੀ ਹੈ। ਵੇਖੋ ਵੇਂਦਿਆਂ ਵੇਂਦਿਆਂ ਹੀ ਗੜੀ ਵੱਲ ਨੂੰ ਆ ਰਹੇ ਹਨ। ਸਿੰਘਾਂ ਦੀ ਇਹ ਬੇਨਤੀ ਸੁਣ ਕੇ ਨਾ ਮਹਾਰਾਜ ਖੁਸ਼ ਹੋਏ ਜੀ ਆਪਣੇ ਮੁਖ ਤੋਂ। ਕਲਗੀਧਰ ਪਾਤਸ਼ਾਹ ਪ੍ਰਸੰਨ ਹੋਏ ਜਦੋਂ ਸਿੰਘਾਂ ਆਖਿਆ ਮਹਾਰਾਜ ਵੇਖੋ ਸਾਰੇ ਸਿੰਘ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਲੱਖਾਂ ਫੌਜ ਹੁਣ ਗੜੀ ਵੱਲ ਨੂੰ ਭੱਜ ਕੇ ਆ ਰਹੀ ਹੈ। ਤੇ ਸਤਿਗੁਰੂ ਨਾਲੇ ਤੇ ਹੱਸੇ ਤੇ ਕਹਿੰਦੇ ਸਿੰਘੋ ਵੇਖਿਓ ਹੁਣ ਅਸੀਂ ਤੀਰ ਛੱਡਦੇ ਹਾਂ, ਹੁਣ ਸਾਡਾ ਤੀਰ ਵੇਖਿਓ ਜਾਂਦਾ ਹੋਇਆ। ਮਹਾਰਾਜ ਨੇ ਪੱਥੇ ਚੋਂ ਕੱਢਿਆ ਤੀਰ, ਧਨਖ ਦੇ ਉੱਤੇ ਰੱਖਿਆ ਤੇ ਕੁੱਦ ਕੇ ਬੜੀ ਫੁਰਤੀ ਦੇ ਨਾਲ ਵੀਰ ਰਸ ਵਿੱਚ ਆ ਕੇ ਤੀਰ ਛੱਡਿਆ ਤੇ ਗਮਣਿਓ ਗਾਜ ਸਮਾਨਾ, ਜਿਵੇਂ ਬਿਜਲੀ ਨਹੀਂ ਪੈਂਦੀ ਗੱਜ ਕੇ, ਇਸ ਤਰ੍ਹਾਂ ਕਲਗੀਧਰ ਪਾਤਸ਼ਾਹੀ ਦਾ ਤੀਰ ਗਿਆ ਹੈ। ਜਿੰਨੇ ਭੱਜ ਭੱਜ ਕੇ ਗੜੀ ਵੱਲ ਨੂੰ ਵਧੇ ਆਉਂਦੇ ਸੀ ਨਾ, ਇੱਕੋ ਹੀ ਤੀਰ ਕਲਗੀਧਰ ਪਿਤਾ ਜੀ ਨੇ ਛੱਡਿਆ ਤੇ ਉਥਲ ਉਥਲ ਕੇ ਪਿਛਾਂ ਡਿੱਗੇ ਸਾਰੇ, ਉਛਲ ਉਛਲ ਕੇ ਮੁੱਧੜੇ ਮੂੰਹ ਜਾ ਕੇ ਡਿੱਗੇ। ਜਿੰਨੇ ਅੱਗੇ ਵੱਧ ਕੇ ਆਉਂਦੇ ਸੀ ਕਿੰਨੇ ਡਿੱਗੇ ਅਗਲੀ ਪੰਕਤੀ 'ਚ ਦੱਸਦੇ ਆ। 10,000 ਕੋ ਪ੍ਰਾਨ ਭਾਇਆ ਇੱਕੋ ਹੀ ਕਲਗੀਧਰ ਪਾਤਸ਼ਾਹ ਨੇ ਤੀਰ ਚੜਾਇਆ ਤੇ 10,000 ਦੇ ਵਿੱਚ ਦੀ ਲੰਘਾਤਾ। ਸਤਿ ਸ੍ਰੀ ਅਕਾਲ। 10,000 ਕਵੀ ਜੀ ਕਹਿੰਦੇ ਵੀ ਡਿੱਗਾ ਇੱਕ ਤੀਰ ਦੇ ਨਾਲ। 10,000 ਪਰੋ ਕੇ ਰੱਖ ਦਿੱਤਾ ਤੇ ਇਸ ਤਰ੍ਹਾਂ ਥੱਲੇ ਲੰਮੇ ਪੈ ਕੇ ਵਿਛ ਗਏ। ਮਨੋ ਸੁਪਤੈਕ ਹੈ, ਜਾਣੋ ਕਿ ਸੁੱਤੇ ਪਏ ਆ।
ਨੀਂਦ ਲੈ ਰਹੇ ਆ। ਸਵਾ ਦਿੱਤਾ 10,000, ਪ੍ਰਾਣਾ ਦਾ ਅੰਤ ਕਰ ਦਿੱਤਾ ਇੱਕ ਤੀਰ ਦੇ ਨਾਲ ਦਸਵੇਂ ਪਾਤਸ਼ਾਹ ਜੀ ਨੇ। ਬਸੁ ਭੈ ਕੇ ਜਨ ਕੈ ਸਗਲ ਰੰਗ ਭਗਵਾ। ਬਾਕੀ ਸਾਰੇ ਉੱਥੇ ਹੀ ਪੈਰ ਰੁਕ ਗਏ। ਜਦੋਂ 10,000 ਮਰ ਗਿਆ ਨਾ ਇੱਕ ਤੀਰ ਨਾਲ, ਜਿੰਨੇ ਅੱਗੇ ਵੱਧ ਕੇ ਆਉਂਦੇ ਸੀ ਠੱਟ ਕੇ ਰੁਕ ਗਏ ਉੱਥੇ ਹੀ, ਠਿੰਬਰ ਗਏ ਉੱਥੇ ਹੀ। ਹੈਰਾਨ ਵੀ ਹੋ ਗਏ ਵੀ ਇੰਨੀ ਫੌਜ ਜਿਆਦੀ ਸਾਡੀ ਮਾਰੀ ਗਈ ਕਿ ਦਮ ਹੀ 10,000 ਮਾਰ ਦਿੱਤਾ। ਜਿੰਨਾ ਦੁਸ਼ਮਣ ਦਾ ਦਲ ਸੀ ਨਾ, ਜਿੰਨੇ ਕਹਿੰਦੇ ਸੂਰਮੇ ਅੱਗੇ ਵੱਧ ਕੇ ਆ ਰਹੇ ਸੀ, ਉੱਥੇ ਹੀ ਖਲੋ ਗਏ ਵੇਖ ਕੇ। ਇਹ ਮਹਾਰਾਜ ਦੀ ਮੌਜ ਆ ਸਾਧ ਸੰਗਤ ਜੀ। ਆ ਪਿੱਛੇ ਜ਼ਿਕਰ ਆਇਆ ਸੀ ਜਦੋਂ ਪਹਿਲੋਂ ਮਹਾਰਾਜ ਨੇ ਤੀਰ ਚਲਾਏ ਤੇ ਉਦੋਂ 10 ਦੇ ਵਿੱਚ ਦੀ ਕੱਢੇ ਸੀ। ਹੁਣ ਜਦੋਂ ਇੰਨੇ ਸਿੰਘ ਸ਼ਹੀਦ ਹੋ ਗਏ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਜਦੋਂ ਸਾਰੀ ਫੌਜ ਇਕੱਠੀ ਹਮਲਾ ਕਰ ਰਹੀ ਸੀ, ਫਿਰ 10,000 ਥਾਣੀ ਵੀ ਤੀਰ ਕੱਢ ਦਿੱਤਾ। ਇੱਥੇ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਏ, ਫਿਰ ਇਹਦੇ ਤੇ ਨਿਸ਼ਚਾ ਆਵੇਗਾ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਪੰਜਵੇਂ ਪਾਤਸ਼ਾਹ ਦਾ ਬਚਨ, ਤੇ ਮਹਾਰਾਜ ਤੇ ਇੱਕ ਕੀੜੀ 'ਚ ਰੱਖ ਦੇਣ ਕਲਾ, ਤੇ ਕੀੜੀ ਲੱਖਾਂ ਨੂੰ ਮਾਰ ਦਿੰਦੀ ਆ। ਤੇ ਇਹ ਜਿਹੜੇ ਰੱਖਣ ਵਾਲੇ ਤਾਂ ਆਪ ਵਾ ਸਾਹਮਣੇ, ਗੁਰੂ ਗੋਬਿੰਦ ਸਿੰਘ ਜੀ। ਨੇਕੇ ਕੇਰੇ ਮਹਿ ਕਲ ਰਾਖੈ, ਨੇਕੇ ਕੇਰੇ ਮਹਿ ਕਲ ਰਾਖੈ। ਨੇਕੀ ਕੀਰੀ ਮਹਿ ਕਲ ਰਾਖੈ, ਨੇਕੀ ਕੀਰੀ ਮਹਿ ਕਲ ਰਾਖੈ। ਭਸਮ ਕਰੈ ਲਸਕਰ ਕੋਟ ਲਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਕਰੈ ਲਸਕਰ ਕੋਟ ਲਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਪੰਜਵੇਂ ਪਾਤਸ਼ਾਹ ਕਹਿੰਦੇ ਨਿੱਕੀ ਜੀ ਕੀੜੀ 'ਚ ਸ਼ਕਤੀ ਰੱਖ ਦੇਣ ਨਾ ਗੁਰੂ ਸਾਹਿਬ, ਤੇ ਉਹ ਕੀੜੀ, ਨਿੱਕੀ ਜੀ ਕੀੜੀ ਤੋਂ ਵੀ ਲੱਖਾਂ ਤੇ ਕਰੋੜਾਂ ਫੌਜ ਭਸਮ ਕਰਵਾ ਸਕਦੇ ਆ। ਤੇ ਜਿਹੜੇ ਕਰਵਾ ਸਕਦੇ ਆ ਉਹ ਮੌਜ ਦੇ ਮਾਲਕ, ਆਪਣੇ ਭਾਣੇ ਦੇ ਆਪ ਮਾਲਕ। ਪਹਿਲਾਂ 10 ਦੇ ਵਿੱਚ ਦੀ ਲੰਘਾਇਆ ਸੀ ਤੀਰ, ਹੁਣ ਬਹੁਤੇ ਆਏ ਤੇ 10,000 ਦੇ ਵਿੱਚ ਦੀ ਲੰਘਾ ਦਿੱਤਾ। ਕਲਗੀਧਰ ਪਾਤਸ਼ਾਹ ਨੇ ਤੇ ਇਸ ਤਰ੍ਹਾਂ ਪਏ ਆ, ਜਾਣੀ ਕਿ ਸੁੱਤੇ ਪਏ ਜਿਵੇਂ ਮਹਾਗਜਬ ਕੋ। ਮਹਾਗਜਬ ਕੋ ਲਗੋ ਤਮਾਚਾ, ਅਦਭੁਤ ਅਤ ਸਹਿਬਾ। ਕਹਿੰਦੇ ਬਹੁਤਾ ਹੀ ਤਮਾਚਾ ਵੱਜਾ, ਬੜੇ ਹੈਰਾਨੀ ਹੋਈ ਹੈ, ਅਸਚਰਜੀ ਹੋ ਗਿਆ ਹੈ ਅਤਿਅੰਤ ਹੀ ਵੀ ਇੰਨੇ ਜ਼ਿਆਦੇ 10,000 ਬੰਦਾ ਸਾਡਾ ਇਕੱਠਾ ਹੀ ਮਰ ਗਿਆ ਹੈ। ਦੂਰ ਦੂਰ ਕਰ ਪ੍ਰਭ ਕਰੇ ਸਭ, ਨਿਕਟ ਨ ਜਾਓ। ਭਾਜੜਾਂ ਪੈ ਗਈਆਂ ਸਾਰੀ ਫੌਜ ਨੂੰ। ਕਹਿੰਦੇ ਪਛਾਂ ਹੋ ਜਾਓ, ਪਛਾਂ ਪਿੱਛੇ ਹੋ ਜਾਓ, ਪਿੱਛੇ। ਇਸ ਤਰ੍ਹਾਂ ਕਰਦੇ ਹੁੰਦੇ ਨਾ ਜਰਨੈਲ, ਜਦੋਂ ਅਗਲੇ ਪਾਸਿਓਂ ਬ੍ਰਸ਼ਟ ਵੱਜੇ ਨਾ, ਫਿਰ ਉਹ ਸਾਰੀ ਫੌਜ ਨੂੰ ਕਹਿੰਦੇ ਉਹਨੂੰ ਪਛਾਂ ਹੋ ਜਾਓ, ਪਛਾਂ। ਕਹਿੰਦੇ ਪਿੱਛੇ ਹੋ ਜਾਓ ਜੀ। ਫਿਰ ਸਾਰੇ ਪਛਾਂ ਹੋ ਗਏ। ਹੁਣ ਨੇੜੇ ਕੋਈ ਨਹੀਂ ਜਾਂਦਾ, ਦੂਰ ਦੂਰ ਕਰ ਫਰਕ ਥਿਰੇ ਸਭ। ਬੜੀ ਫਰਕ ਨਾਲ ਗੜੀ ਤੋਂ ਪਛਾਂ ਚਲੇ ਗਏ ਤੇ ਨਿਕਟ ਨਾ ਜਾਵੇ। ਹੁਣ ਕਹੇ ਉਹ ਸਾਰੇ ਕਹਿੰਦੇ ਵੀ ਨੇੜੇ ਨਾ ਜਾਓ, ਹੁਣ ਗੜੀ ਦੇ ਅਗਲੇ ਪਾਸਿਓਂ ਤੀਰ ਆਉਂਦੇ ਆ, ਪਛਾਂ ਚਲੇ ਜਾਓ, ਜਾਨਾਂ ਬਚਾਓ ਆਪਣੀਆਂ। ਇੱਕ ਦੂਜੇ ਨੂੰ ਕਹਿੰਦੇ ਆ ਨੇੜੇ ਹੋਵਾਂਗੇ ਤੇ ਪ੍ਰਾਣਾਂ ਦਾ ਅੰਤ ਹੋ ਜਾਣਾ। ਐਵੇਂ ਬਿਨਾਂ ਹੀ ਨਹਾਕੇ, ਬਿਨਾਂ ਕਾਰਨ ਤੋਂ ਹੀ ਜਾਨ ਨਾ ਗਵਾਓ, ਪਿੱਛੇ ਚਲੇ ਜਾਓ ਹਵੇਲੀ ਤੋਂ। ਆਪੇ ਕਹਿੰਦੇ ਆਪੇ ਜਿਹੜੇ ਅੰਦਰ ਹੈਗੇ ਨਾ ਥੋੜੇ ਬਹੁਤੇ, ਉਹ ਬਾਹਰ ਨਿਕਲ ਆਉਣਗੇ ਤੇ ਉਹਨਾਂ ਦਾ ਵੀ ਖਾਤਮਾ ਹੋ ਜਾਵੇਗਾ। ਦੇਰ ਨਹੀਂ ਕੋਈ ਲੱਗੇਗੀ, ਤੁਸੀਂ ਅੱਗੇ ਨਾ ਜਾਓ। ਬੀਤ ਗਏ ਸਾਰਾ ਦਿਨ ਲੜਦੇ ਹੋਇਆ ਬੀਤ ਗਿਆ ਤੇ ਫਿਰ ਰਾਤ ਪੈ ਗਈ, ਸੂਰਜ ਛਿਪ ਗਿਆ। ਇਹ ਇੱਥੋਂ ਤੀਕ 8 ਪੋਹ ਦਾ ਜੰਗ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੀਕ ਹੋਇਆ ਸਾਧ ਸੰਗਤ ਜੀ। ਸਾਰਾ ਦਿਨ ਲੜਦੇ ਹੋਇਆ ਜਦੋਂ ਗੁਰੂ ਕੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੇ ਜਦੋਂ ਮਹਾਰਾਜ ਨੇ ਇੱਕ ਤੀਰ ਨਾਲ 10,000 ਪਰੋ ਕੇ ਰੱਖ ਦਿੱਤਾ, ਤੇ ਫਿਰ ਉਹਨਾਂ ਨੇ ਕਹਿ ਦਿੱਤਾ ਵੀ ਸਾਰੀ ਫੌਜ ਪਛਾਂ ਹੋ ਜਾਓ, ਨੇੜੇ ਨਾ ਕੋਈ ਵੀ ਜਾਵੇ। ਤੇ ਉਧਰੋਂ ਫਿਰ ਰਾਤ ਪੈ ਗਈ, 8 ਪੋਹ ਦੀਆਂ ਸ਼ਾਮਾਂ ਹੋ ਗਈਆਂ। ਹੁਣ ਜਰਨੈਲਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ, ਕਹਿੰਦੇ ਵੀ ਹਨੇਰੇ ਦੇ ਵਿੱਚ ਦੂਰ ਦੂਰ ਹੋ ਕੇ ਪਹਿਰਾ ਦਿਓ, ਨੇੜੇ ਨਾ ਜਾਓ। 4 ਚੁਫੇਰਿਓਂ 'ਚ ਘੇਰਾ ਪਾਈ ਰੱਖੋ, ਪਰ ਦੂਰ ਦੂਰ ਹੋ ਕੇ ਗੜੀ ਨੂੰ ਘੇਰ ਕੇ ਰੱਖੋ। ਇਸ ਤਰ੍ਹਾਂ ਕਹਿੰਦੇ ਹਨ ਕਿ ਸਲਾਹ ਕਰਕੇ ਪਿਛਾਂ ਹਟ ਰਹੇ ਆ, ਤੇ ਬਹੁਤ ਜ਼ਿਆਦਾ ਤਕੜਾਈ ਉਂਝ ਕਰ ਦਿੱਤੀ ਹੈ। 4 ਚੁਫੇਰੇ ਦੂਰ ਹੋ ਗਏ ਆ, ਪਰ ਪਹਿਰਾ ਜਿਹੜਾ ਉਸੇ ਤਰ੍ਹਾਂ ਦੇ ਰਹੇ ਹਨ।
ਡਰ ਭਰਾ ਹੋ ਗਿਆ ਸਾਰਿਆਂ ਦੇ ਹਿਰਦੇ ਵਿੱਚ। ਕੋਈ ਨੇੜੇ ਨਹੀਂ ਆਉਂਦਾ ਭੈ ਕਰਕੇ, ਦੂਰ ਦੂਰ ਹੀ ਘੇਰਾ ਪਾਈ ਬੈਠੇ ਹਨ। ਤੇ ਸਿਪਾਹੀ ਗੱਲਾਂ ਕਰਦੇ ਆਪਸ ਵਿੱਚ ਤੇ ਹੈਰਾਨ ਹੁੰਦੇ, ਕਹਿੰਦੇ ਇਹ ਹਿੰਦ ਗੁਰੂ ਬੜਾ ਵੱਡਾ ਹੈ, ਬੜਾ ਬਲਵਾਨ ਹੈ, ਇਹ ਗੁਰੂ ਗੋਬਿੰਦ ਸਿੰਘ ਬਹੁਤਾ ਹੀ ਬਲ ਵਾਲਾ ਹੈ। ਕਹਿੰਦੇ ਵੀ ਲੱਖਾਂ ਹੀ ਸਾਡੀ ਫੌਜ ਲੜ ਕਰਕੇ ਇੱਥੇ ਖਤਮ ਕਰ ਦਿੱਤੀ ਹੈ, ਅਟਕਾ ਦਿੱਤੇ ਆ, ਤੇ ਅਸੀਂ ਤੇ ਸੁਣਿਆ ਸੀ ਵੀ ਇਹ 40 ਜਾਣੇ ਆ ਨਾਲ ਗੁਰੂ ਗੋਬਿੰਦ ਸਿੰਘ ਦੇ, ਵੀ 40 ਆਦਮੀ ਆ, ਜੇ 40 ਅੰਦਰ ਹੋਣ ਤੇ ਇੰਨੇ ਤੀਰ ਕਿਵੇਂ ਆਉਣ, ਸਾਡੀ ਤੇ ਲੱਖਾਂ ਫੌਜ ਮਾਰ ਦਿੱਤੀ ਹੈ। ਕਈ ਹਜ਼ਾਰ ਲੱਖ ਬਹੁਤੇ ਜ਼ਿਆਦੇ ਜ਼ਖਮੀ ਹੋਏ ਪਏ ਹਨ, ਕਈ ਹਜ਼ਾਰਾਂ ਲੱਖਾਂ ਜਿਹੜੇ ਉਹ ਮਾਰ ਦਿੱਤੇ ਹਨ। ਕਹਿੰਦੇ ਵੀ 8 ਪੋਹ ਦੀ ਰਾਤ ਨੂੰ ਇਸ ਤੋਂ ਬਾਅਦ ਇੱਕ ਗੱਲਾਂ ਚੱਲੀਆਂ, ਫਿਰ ਦਿਨ ਦੇ ਜੰਗ ਦੀਆਂ ਗੱਲਾਂ ਰਾਤ ਨੂੰ ਚੱਲੀਆਂ ਤੁਰਕਾਂ ਤੇ ਪਹਾੜੀਆਂ ਦੀ ਫੌਜ ਵਿੱਚ। ਇਸ ਤੋਂ ਬਾਅਦ ਇੱਕ ਬਹੁਤੀਆਂ ਵਾਰਤਾਪੀ ਗੱਲਾਂ ਬਾਤਾਂ ਕਰਦੇ ਰਹੇ, ਕਈ ਬੈਠੇ ਆ, ਕਈ ਖਲੋਤੇ ਹੋਏ ਹਨ। ਤੇ ਸ਼ਸਤਰ ਫੜ ਕੇ ਸਾਵਧਾਨ ਹੋ ਕੇ 4 ਚੁਫੇਰੇ ਐ ਸਖਤੀ ਦੇ ਨਾਲ ਪਹਿਰਾ ਦੇ ਰਹੇ ਰਾਤ ਨੂੰ। ਕਹਿੰਦੇ ਵੀ ਅੱਧੀ ਰਾਤ ਦੇ, ਇਹ ਜ਼ਿਕਰ ਇੱਥੇ ਕਵੀ ਜੀ ਨੇ ਕੀਤਾ ਆਨੰਦਪੁਰ ਸਾਹਿਬ ਤੋਂ ਲੈ ਕੇ, ਵੀ ਪਿੱਛੇ ਮਹਾਰਾਜ ਸਾਹਿਬ ਜੀ ਨੇ ਜਿਵੇਂ ਰਾਤ ਨੂੰ ਛੱਡਿਆ ਆਨੰਦਪੁਰ ਸਾਹਿਬ 6 ਪੋਹ ਦੀ ਰਾਤ ਨੂੰ, ਕੱਲ ਨੂੰ 6 ਪੋਹ ਹੈ, ਅੱਜ 5 ਹੈ ਨਾ, ਕੱਲ ਨੂੰ 6 ਪੋਹ ਹੈ, ਤੇ ਕੱਲ ਦੀ ਰਾਤ ਨੂੰ ਉਹ ਦਿਹਾੜਾ ਹੈ। ਤੇ ਹਰ ਸਾਲ ਹੀ ਕਿਲੇ ਆਨੰਦਗੜ੍ਹ ਉੱਥੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਆਨੰਦਪੁਰ ਸਾਹਿਬ ਛੱਡਣ ਦਾ। ਤੇ ਕੱਲ ਨੂੰ 6 ਪੋਹ ਹੈ, ਤੇ ਕੱਲ ਦੀ ਰਾਤ ਨੂੰ ਮਹਾਰਾਜ ਨੇ ਸੱਦਿਆ ਸੀ। ਉਹ ਦੱਸ ਰਿਹਾ ਵੀ ਇਹ ਰਾਤ ਨੂੰ ਜਦੋਂ ਫੌਜ ਉੱਥੋਂ ਚੱਲੀ ਤੇ ਉਦੋਂ ਚੱਲਦੀ ਆਈ, ਫਿਰ ਇੱਥੇ ਲੜਦਿਆਂ ਹੋਇਆਂ ਵੀ ਦਿਨ ਲੰਘਿਆ। ਤੋ ਇਸ ਤਰੀਕੇ ਦੇ ਨਾਲ 7 ਪੋਹ ਦੀ ਰਾਤ ਵੀ, ਫਿਰ 8 ਪੋਹ ਦਾ ਜਿਹੜਾ ਦਿਨ ਸੀ ਸਾਰਾ ਇਹ ਵੀ ਲੜਦਿਆਂ ਲੰਘਿਆ। ਹੁਣ ਆਨੰਦਪੁਰ ਸਾਹਿਬ ਤੋਂ ਲੈ ਕੇ ਮਗਰ ਲੱਗੇ ਨਾ ਕਲਗੀਧਰ ਪਾਤਸ਼ਾਹ ਦੇ, ਤੇ ਫਿਰ ਇੱਥੋਂ ਤੀਕ ਆਉਂਦੇ ਆ, ਫਿਰ ਇਹ 4 ਚੁਫੇਰੇ ਇਹਨਾਂ ਨੇ ਘੇਰਾ ਪਾਇਆ ਗੜੀ ਨੂੰ ਆ ਕੇ। ਹੁਣ ਖਾਧਾ ਪੀਤਾ ਤੇ ਇੰਨਾ ਵੀ ਨਹੀਂ ਗਾ ਕੁਝ, ਪਰ ਸਿੰਘ ਤੇ ਮਹਾਰਾਜ ਸਾਹਿਬ ਦੇ ਕਈਆਂ ਮਹੀਨਿਆਂ ਦੇ ਭੁੱਖੇ ਆ ਨਾ, ਤੇ ਇਹ ਉਦੋਂ ਦੇ ਭੁੱਖੇ ਆ ਆਨੰਦਪੁਰ ਸਾਹਿਬ ਤੋਂ ਲੈ ਕੇ ਇੱਥੋਂ ਗੜੀ ਤੀਕ ਆਉਣ ਤੀਕ, ਤੇ 8 ਪੋਹ ਦਾ ਸਾਰਾ ਦਿਨ। ਕਹਿੰਦੇ ਵੀ ਕੁਛ ਨਾ ਚੱਲਿਓ ਬਸ, ਇਹਨਾਂ ਦਾ ਵਸ ਕੋਈ ਨਹੀਂ ਚੱਲਿਆ। ਸ਼ਰਮਤ ਭਾਏ 8 ਪੋਹ ਦਾ ਸਾਰਾ ਦਿਨ ਜੰਗ ਕਰਕੇ ਥੱਕ ਗਏ, ਤੇ ਸਾਰੇ ਜਿੰਨੇ ਸਿਪਾਹੀ ਆ ਸਭ ਭੂਖ ਤ੍ਰਿਖਾ ਤਨ ਧਾਰੇ, ਇਹਨਾਂ ਦੇ ਸਰੀਰ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਹੈ। ਤੇ ਫੇਰ ਗੱਲਾਂ ਬਾਤਾਂ ਕਰਦੇ ਆਪਸ ਵਿੱਚ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਹੋਰ ਕਿਸੇ ਵਿੱਚ ਇੰਨੀ ਸ਼ਕਤੀ ਕਿੱਥੇ ਹੈ ਕਿ ਲੱਖਾਂ ਦੇ ਨਾਲ ਲੜਾਈ ਕਰ ਸਕੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਯੁਗ ਦਾ ਸਮਾਂ ਜਾਣ ਕੇ ਨਾ ਇਹ ਅਜਮਤ ਵਿਖਾਈ ਨਹੀਂ। ਆ ਕਿਤੇ ਕਿਤੇ ਥੋੜਾ ਜਿਹਾ ਕੌਤਕ ਕੀਤਾ ਮਾੜਾ, ਨਹੀਂ ਤੇ ਸੰਕੋਚ ਹੀ ਰੱਖਿਆ ਹੈ ਵੀ ਕਲਯੁਗ ਦਾ ਸਮਾਂ ਜਾਣ ਕੇ ਮਹਾਰਾਜ ਨੇ ਅਜਮਤ ਨਹੀਂ ਕੀਤੀ, ਅਜਮਤ ਨਹੀਂ ਵਰਤੀ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨਿਆ, ਕਰਾਮਾਤ ਕਲ ਕਲ, ਇਸ ਕਰਕੇ ਕਲਯੁਗ ਦਾ ਸਮਾਂ ਜਾਣ ਕੇ ਕਰਾਮਾਤ ਬਹੁਤੀ ਨਹੀਂ ਮਹਾਰਾਜ ਨੇ ਵਰਤੀ ਹੈ, ਅਕਾਲ ਪੁਰਖ ਦੇ ਹੁਕਮ ਨੂੰ ਮੰਨਿਆ ਹੈ। ਨਹਿ ਦਿਖਾਵਣੀ ਨੀਕੀ ਮਨ ਹੈ, ਵੀ ਇਸ ਸਮੇਂ ਦੇ ਉੱਤੇ ਕਰਾਮਾਤ ਵਿਖਾਉਣੀ ਠੀਕ ਨਹੀਂ ਹੈ। ਰਾਖਨ ਗੋਪ ਵਿਸਾਲਾ, ਵੀ ਇਹਨੂੰ ਗੁਪਤ ਹੀ ਰੱਖਣਾ ਹੈ, ਅਜਾਮਤ ਨੂੰ, ਕਰਾਮਾਤ ਨੂੰ, ਅਜਮਤ ਨੂੰ। ਇਹ ਮਹਾਰਾਜ ਨੇ ਵਿਚਾਰਿਆ ਵੀ ਵਾਹਿਗੁਰੂ ਦਾ ਹੁਕਮ ਹੀ ਇਸੇ ਤਰ੍ਹਾਂ ਹੈ। ਕਹਿੰਦੇ ਇੱਕ ਵਾਰੀ ਮਾੜਾ ਜਿਹਾ ਇਹ ਕੌਤਕ ਕੀਤਾ ਗਰੀਬ ਨਵਾਜ ਨੇ ਵੀ 10,000 ਸਿਪਾਹੀ ਇੱਕ ਤੀਰ ਨਾਲ ਮਾਰ ਦਿੱਤਾ। ਇਸ ਤੋਂ ਬਾਅਦ ਤੁਰਕਾਂ ਦਾ ਦਲ ਇੱਥੇ ਨਹੀਂ ਮਾਰਿਆ ਹੈ।
ਕਵੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿਰਦੇ ਵਿੱਚ ਨਾ ਤੇ ਰਾਗ ਹੈ ਤੇ ਨਾ ਦੁਆਇਸ਼ ਹੈ, ਨਾ ਮੋਹ ਹੈ ਤੇ ਨਾ ਈਰਖਾ ਹੈ, ਨਾ ਖੁਸ਼ੀ ਹੈ ਤੇ ਨਾ ਗਮੀ ਹੈ। ਗੁਰੂ ਕੇ ਹਿਰਦੇ ਦੇ ਵਿੱਚ, ਗੁਰੂ ਕੇ ਮਨ ਵਿੱਚ ਸਮਤਾ ਦਾ ਵਾਸਾ ਹੈ, ਬਰਾਬਰਤਾ ਹੈ। ਨਾ ਕੋਈ ਆਪਣਾ ਹੈ ਨਾ ਬਗਾਨਾ ਹੈ, ਨਾ ਖੁਸ਼ੀ ਹੈ ਨਾ ਗਮੀ ਹੈ, ਤੇ ਨਾ ਰਾਗ ਹੈ ਨਾ ਦੁਆਇਸ਼ ਹੈ। ਤੋ ਇਹਨਾਂ ਸਾਰਿਆਂ ਤੋਂ ਦੁੰਦਵਾਦ ਤੋਂ ਰਹਿਤ ਹਨ। ਮਹਾਰਾਜ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਹਨ। ਸਭ ਪ੍ਰਭ ਤੇ ਭੈ ਨਿਰਾਲਮ, ਸੁਖ ਨ ਲੈ ਪਾਵਾ। ਰਾਗ ਨਹੀਂ ਹੈ, ਤਾਈਓ ਤੇ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਕੋਈ ਰੰਚਨ ਮਾਤਰ ਵੀ ਮੋਹ ਨਹੀਂ ਆਇਆ। ਸਾਰੇ ਪਰਿਵਾਰ ਤੋਂ ਮਹਾਰਾਜ ਨਿਰਾਲਮ ਨਿਆਰੇ ਹੋਏ ਆ। ਕਹਿੰਦੇ ਵੀ ਸ਼ੋਕ ਨਾ ਲੇਸ਼ ਉਪਾਵਾ, ਲੇਸ਼ ਮਾਤਰ ਵੀ ਸ਼ੋਕ ਨਹੀਂ ਪੈਦਾ ਕੀਤਾ। ਅੱਖਾਂ ਦੇ ਸਾਹਮਣੇ ਵੱਡਾ ਪੁੱਤਰ ਸ਼ਹੀਦ ਹੋਇਆ, ਬਾਬਾ ਅਜੀਤ ਸਿੰਘ। ਅੱਖਾਂ ਦੇ ਸਾਹਮਣੇ ਬਾਬਾ ਜੁਝਾਰ ਸਿੰਘ ਪੁਰਜਾ ਪੁਰਜਾ ਕੱਟ ਕੇ ਜ਼ਮੀਨ ਤੇ ਲੇਟ ਗਿਆ, ਸ਼ਹੀਦ ਹੋ ਗਿਆ। ਪਰ ਲੇਸ਼ ਮਾਤਰ ਵੀ ਸ਼ੋਕ ਨਹੀਂ ਮਹਾਰਾਜ ਦੇ ਹਿਰਦੇ 'ਚ ਪੈਦਾ ਹੋਇਆ। ਸਰਬ ਕਲਾ ਸਮਰੱਥ ਪੂਰਨ, ਚਰਨ ਚੁਲੇ ਮਿਲਾਵਾ। ਭਾਈ ਸਾਹਿਬ ਕਹਿੰਦੇ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਵਾ ਪੂਰੇ ਗੁਰੂ ਗੋਬਿੰਦ ਸਿੰਘ ਜੀ, ਜੋ ਚਾਹੁੰਦੇ ਉਹ ਬਣਾ ਲੈਂਦੇ। ਪਰ ਮਹਾਰਾਜ ਸਾਹਿਬ ਜੀ ਨੇ ਕਰਾਮਾਤ ਨਹੀਂ ਵਰਤੀ ਹੈ। ਅਜਾਰ ਜਨ ਅਸ ਗੁਰਤਨ ਕਿਸਮੈ, ਖਿਮਾ ਧਰਨੇ ਅਪਰਾਧ। ਐਸੀ ਅਜਾਰ ਸ਼ਕਤੀ ਨੂੰ ਜਰ ਲੈਣਾ ਝੱਲ ਲੈਣਾ, ਐਸਾ ਗੁਰੂ ਸਾਹਿਬ ਤੋਂ ਬਿਨਾ ਹੋਰ ਕੌਣ ਹੈ? ਕਿਹਦੇ ਵਿੱਚ ਇੰਨੀ ਤਾਕਤ ਹੈ ਵੀ ਅਜਾਰ ਨੂੰ ਜਰ ਲਵੇ? ਜਿੰਨੀ ਅਜਾਰ ਅਵਸਥਾ ਨੂੰ ਮਹਾਰਾਜ ਨੇ ਜਰਿਆ ਹੈ। ਤੇ ਫਿਰ ਛਿਮਾ ਧਰਮ ਅਪਰਾਧੂ, ਅਪਰਾਧੀਆਂ ਉੱਤੇ ਵੀ ਛਿਮਾ ਧਰਨੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ? ਬ੍ਰਹਮ ਗਿਆਨ ਅਵਸਥਾ ਕੀ ਗਤ ਲਿਖਰਾਈ ਸਭ ਸਾਧੂ। ਸਾਰੇ ਕਹਿੰਦੇ ਸ਼ੁਭ ਸਾਧੂਆਂ ਨੂੰ ਇਹ ਬ੍ਰਹਮ ਗਿਆਨ ਦੀ ਅਵਸਥਾ ਵਿਖਾਈ ਹੈ ਕਲਗੀਧਰ ਪਾਤਸ਼ਾਹ ਨੇ। ਬ੍ਰਹਮ ਗਿਆਨ ਦੀ ਅਵਸਥਾ ਏ, ਜਿਸ ਨੂੰ ਨਾਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਤੋ ਐਸੀ ਅਵਸਥਾ ਜਿਹੜੀ ਉਹ ਮਹਾਰਾਜ ਨੇ ਆਪ ਵਿਖਾਈ ਹੈ। ਧੰਨ ਧੰਨ ਸਤਿਗੁਰ ਕੀ ਮਹਿਮਾ, ਕੌਣ ਭੇਵਿਆ ਸਜਾਨੈ। ਕਵੀ ਜੀ ਅਧਿਆਏ ਦੀ ਸਮਾਪਤੀ ਕਰਦਿਆਂ ਹੋਇਆਂ ਕਹਿੰਦੇ ਆ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ, ਗੁਰੂ ਕੀ ਮਹਿਮਾ। ਤੇ ਕੌਣ ਹੈ ਐਸਾ ਜਿਹੜਾ ਕਲਗੀਧਰ ਪਾਤਸ਼ਾਹ ਦਾ ਭੇਦ ਪਾ ਸਕੇ? ਮਹਾਰਾਜ ਦਾ ਭੇਦ ਕੌਣ ਪਾ ਸਕਦਾ ਹੈ? ਗੁਰੂ ਕਾ ਭੇਦ ਨਹੀਂ ਪਾਇਆ ਜਾ ਸਕਦਾ। ਇਹੀ ਕਿਹਾ ਜਾ ਸਕਦਾ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਰਬਗਨ ਸਰਬਗਨ ਕੀ ਊਟ ਬਾਰਤਾ, ਕਿਵੇਂ ਲਪਟ ਬਖਾਨਾ। ਕਵੀ ਜੀ ਨੇ ਇੰਨਾ ਵਿਸਥਾਰ ਕਰਕੇ ਤੇ ਇੱਥੇ ਨਿਮਰਤਾ ਨਾਲ ਬੇਨਤੀ ਕੀਤੀ ਆ ਵੀ ਸਰਬੱਗਾਂ ਦੀ, ਸਰਬ ਕਲਾ ਸਮਰੱਥ ਗੁਰੂ ਸਾਹਿਬਾਂ ਦੀ ਜਿਹੜੀ ਵਾਰਤਾ ਹੈ ਉਹ ਅਲਪੱਗ ਕਿਵੇਂ ਕਥਨ ਕਰ ਸਕਦਾ ਹੈ? ਵੀ ਇਹ ਛੋਟਾ ਜਿਹਾ ਜੀਵ ਕਰਤਾ ਪੁਰਖ ਦੀ ਵਡਿਆਈ ਇਹ ਕਿਰਤ ਕਿਵੇਂ ਕਥਨ ਕਰ ਸਕਦੀ ਹੈ? ਸਰਬੱਗਾਂ ਦੀ ਜਿਹੜੀ ਗੁੱਝੀ ਵਾਰਤਾ, ਗੁੱਝੀ ਕਥਾ ਹੈ, ਉਹ ਅਲਪੱਗ ਅਣਜਾਣ ਜੀਵ ਸਾਡੇ ਵਰਗੇ ਕਿਵੇਂ ਕਹਿ ਸਕਦੇ ਹਨ? ਵਾਰ-ਵਾਰ ਸਿੰਘਾਂ ਨੇ ਆਖਿਆ ਵੀ ਮਹਾਰਾਜ ਸਾਡੀ ਬੇਨਤੀ ਹੈ ਤੇ ਆਪ ਜੀ ਇਹ ਗੜੀ ਛੱਡ ਕੇ ਚਲੇ ਜਾਓ। ਤੇ ਜਦੋਂ ਵਾਰ-ਵਾਰ ਸਿੰਘਾਂ ਨੇ ਆਖਿਆ ਤੇ ਫਿਰ ਮਹਾਰਾਜ ਨੇ ਖਾਲਸੇ ਦਾ ਬਚਨ ਮੰਨਿਆ। ਫਿਰ ਉੱਥੋਂ ਨਿਕਲਣ ਦੀ ਤਿਆਰੀ ਕਰਦੇ ਹਨ। ਤੇ ਨਿਕਲਣ ਤੋਂ ਪਹਿਲਾਂ ਚਾਹੁੰਦੇ ਆ ਵੀ ਹੁਣ ਇੱਥੇ ਖਾਲਸੇ ਨੂੰ ਗੁਰਤਾ ਦੇ ਕੇ ਜਾਈਏ। ਗੁਰਤਾ ਗੱਦੀ ਚਮਕੌਰ ਦੀ ਗੜੀ ਵਿੱਚ ਖਾਲਸੇ ਨੂੰ ਦਿੱਤੀ ਮਹਾਰਾਜ ਨੇ। ਹਜੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਮਹਾਰਾਜ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਨੇ ਗੁਰਿਆਈ ਦਿੱਤੀ ਹੈ, ਚਮਕੌਰ ਦੀ ਗੜੀ ਛੱਡਣ ਲੱਗਿਆਂ ਪੰਜਾਂ ਸਿੰਘਾਂ ਨੂੰ ਵੀ ਮਹਾਰਾਜ ਨੇ ਵਡਿਆਈ ਦਿੱਤੀ ਹੈ। ਹੁਣ ਚਾਹੁੰਦੇ ਆ ਵੀ ਜਿਸ ਖਾਲਸੇ ਨੇ ਘਾਲੀ ਘਾਲ ਉਦਾਰੀ, ਏਡੀ ਵੱਡੀ ਘਾਲ ਘਾਲੀ ਹੈ, ਏਡੀ ਵੱਡੀ ਸੇਵਾ ਕੀਤੀ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਉਸ ਖਾਲਸੇ ਦੇ ਮਸਤਕ ਤੇ ਹੁਣ ਟਿੱਕਾ ਲਾ ਦਈਏ। ਵਡਿਆਈ ਦੀ ਸੋਭਾ ਪਰਿਕਰਮਾ ਕਰਨੀਆਂ, ਕਲਗੀ ਜਿਗਾ ਆਪਣਾ ਸਾਰਾ ਕੁਝ ਖਾਲਸੇ ਨੂੰ ਸੌਂਪ ਦਈਏ। ਉਹ ਕਿਵੇਂ ਸੌਂਪਦੇ ਆ ਉਹ ਕੱਲ ਦੀ ਗਾਥਾ ਵਿੱਚ ਆਵੇਗਾ। ਗੁਰੂ ਜੀ ਦੇ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ।
ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। हे गोविंद हे गोपाल हे दयाल लाल प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महापयान नानक पार उतार। आए प्रभ शरणागते कृपा निध दयाल। एक अखर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल।